ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਨੀਅਤ ਪ੍ਰਭ ਤੋ ਸਗਲ ਉਦਾਹਰਨ, ਮੋਹ ਮਗਨ ਪਤਤ ਸੰਗ ਪ੍ਰਾਨੀ, ਐਸੇ ਮਨ ਹੈ ਵਿਸਾਰਨ। ਸੰਚ ਬਿਖਿਆ ਲੈ ਗ੍ਰਾਹਜ ਕੀਨੀ, ਅੰਮ੍ਰਿਤ ਮਨ ਤੇ ਡਾਰਨ। ਕਾਮ ਕ੍ਰੋਧ ਲੋਭ ਰਤ ਨਿੰਦਾ, ਸਤ ਸੰਤੋਖ ਬਿਦਾਰਨ। ਇਨ ਤੇ ਕਾਢ ਲਿਹੋ ਮੇਰੇ ਸੁਆਮੀ, ਹਾਰ ਪਰੇ ਤੁਮ ਸਾਰਨ। ਨਾਨਕ ਕੀ ਬੇਨੰਤੀ ਪ੍ਰਭ ਪਹਿ, ਸਾਧ ਸੰਗ ਰੰਕ ਤਾਰਣ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰਬੰ ਦਾਤਾ ਸਰਬੰ ਗਿਆਤਾ, ਸਰਬੰ ਭਾਨੇ ਸਰਬੰ ਮਾਨੇ। ਸਰਬੰ ਦਾਤਾ ਸਰਬੰ ਗਿਆਤਾ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਿਨੇਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਦਮਦਮੀ ਟਕਸਾਲ ਦੀ ਸ਼ਾਖਾ ਗੁਰਦੁਆਰਾ ਧੰਨ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲੇ ਮਹਾਂਪੁਰਸ਼, ਤਿਨਾਂ ਦੇ ਪਵਿੱਤਰ ਸਥਾਨ ਉੱਪਰ ਜੋ ਸਤਿਗੁਰੂ ਜੀ ਆਪ ਸੰਗਤਾਂ ਮਹਾਂਪੁਰਸ਼ਾਂ ਦੀ ਕਿਰਪਾ ਸਦਕਾ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ। ਇਸ ਕਥਾ ਦੀਆਂ 75 ਪੌੜੀਆਂ ਦੀ ਕਥਾ ਹੋ ਚੁੱਕੀ ਹੈ। ਆਓ ਇਸ ਤੋਂ ਅੱਗੇ, ਜਿਵੇਂ ਕਲਗੀਧਰ ਗਰੀਬ ਨਵਾਜ ਚਰਪੜ ਛੰਦ ਅੰਦਰ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ, ਆਪਾਂ ਕਥਾ ਵਿਚਾਰ ਕਰਨੀ ਹੈ। ਨਾਮ ਜਪਣ ਦੀ ਤਾਕਤ, ਸੇਵਾ ਕਰਨ ਦੀ ਤਾਕਤ, ਅੰਮ੍ਰਿਤ ਵੇਲੇ ਉੱਠਣ ਦਾ ਬਲ ਉਦਮ ਗੁਰਬਾਣੀ ਮੁਤਾਬਕ ਇਹ ਸਾਧੂ ਸੰਗ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਸਾਧੂ ਦਾ ਅਰਥ ਸ੍ਰੇਸ਼ਟ ਵੀ ਹੁੰਦਾ, ਜਿਹੜਾ ਸਾਡੇ ਤੋਂ ਗੁਣਾਂ 'ਚ ਵੱਡਾ ਹੈ, ਭਗਤੀ 'ਚ ਵੱਡਾ ਹੈ, ਸਿਆਣਪ 'ਚ ਵੱਡਾ ਹੈ, ਅਨੁਭਵ 'ਚ ਵੱਡਾ ਹੈ। ਤੇ ਜਿਵੇਂ ਧਰਤੀ ਤੇ ਰੋਲਣ ਵਾਲੀ ਵੇਲ ਦਰਖਤ ਦੀ ਸੰਗਤ ਕਰਕੇ ਅਸਮਾਨ 'ਚ ਚੜ੍ਹ ਜਾਂਦੀ ਹੈ, ਆਪਦੇ ਤੋਂ ਵੱਧ ਬਾਣੀ ਪੜ੍ਹਨ ਵਾਲੇ ਦੀ ਸੰਗਤ ਕਰਾਂਗੇ, ਅਨੁਭਵੀ ਦੀ ਸੰਗਤ ਕਰਾਂਗੇ, ਸੇਵਾ ਕਰਨ ਵਾਲੇ ਦੀ ਸੰਗਤ ਕਰਾਂਗੇ, ਤਾਂ ਆਪਣੇ ਆਪ ਹੀ ਸਾਡੇ ਅੰਦਰ ਬਲ ਪੈਦਾ ਹੁੰਦਾ ਕਿ ਮੈਂ ਵੀ ਸੇਵਾ ਕਰਾਂ, ਮੈਂ ਵੀ ਬਾਣੀ ਪੜ੍ਹਾਂ, ਮੈਂ ਵੀ ਸਤ ਸੰਗਤ ਕਰਾਂ। ਹੁਣ ਇੱਕ ਸਵਾਲ ਪੈਦਾ ਹੁੰਦਾ ਵਾ ਵੀ ਬਾਣੀ ਪੜ੍ਹਨ ਦਾ ਬਲ ਕਿੱਥੋਂ ਮਿਲੇ, ਅੰਮ੍ਰਿਤ ਵੇਲੇ ਉੱਠਣ ਦਾ ਬਲ ਕਿੱਥੋਂ ਮਿਲੇ। ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜਵਾਬ ਦਿੰਦੇ, ਕਹਿੰਦੇ ਸੱਜਣਾ, ਇਹ ਬਲ ਸਾਧੂ ਸੰਗ ਚੋਂ ਪ੍ਰਾਪਤ ਹੁੰਦਾ ਹੈ। ਸਾਧੂ ਸੰਗ ਭਇਆ ਮਨ ਉਦਮ, ਨਾਮ ਰਤਨ ਜਸ ਗਾਈ। ਮਿਟ ਗਈ ਚਿੰਤਾ, ਸਿਮਰ ਅਨੰਤਾ ਸਾਗਰ ਤਰਿਆ।
ਭਾਈ। ਹੁਣ ਆਪਾਂ ਨਾਮ ਤੇ ਸਾਰੇ ਜਪਦੇ ਹੀ ਆ, ਜਿੰਨਾ ਕਿ ਸਤਿਗੁਰੂ ਸਾਡੇ ਤੋਂ ਜਪਾਉਂਦਾ ਹੈ, ਪਰ ਅਸੀਂ ਨਾ ਇੱਕ ਪਰੰਪਰਾ ਜੀ ਬਣਾ ਲਈ ਆ ਵੀ ਦਸਵੰਧ ਕੱਢਣਾ, ਤੇ ਦਸਵੰਧ ਕੋਈ 2.5 ਘੰਟੇ ਬਣਦਾ ਹੈ। ਵੈਸੇ ਦਸਵੰਧ ਸ਼ਬਦ ਕਮਾਈ ਦਾ 10ਵਾਂ ਹਿੱਸਾ, ਜਿਹੜੇ ਅਸੀਂ ਪੈਸੇ ਕਮਾਉਂਦੇ ਆ, ਉਹ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਅਸੀਂ ਮਹਾਰਾਜ ਦੀ ਸੇਵਾ 'ਚ ਲਾਉਣਾ। ਇਸੇ ਤਰ੍ਹਾਂ ਅਸੀਂ ਇੱਕ ਤਰੀਕਾ ਬਣਾਇਆ ਹੈ ਕਿ ਹਰ ਚੀਜ਼ ਵਿੱਚੋਂ ਦਸਵੰਧ ਕੱਢਿਆ ਜਾਵੇ। ਜਿਵੇਂ ਕਮਾਈ 'ਚੋਂ 10ਵਾਂ ਹਿੱਸਾ ਕੱਢਿਆ, 24 ਘੰਟਿਆਂ ਦਾ 10ਵਾਂ ਹਿੱਸਾ ਕਿੰਨਾ ਬਣਿਆ? ਕਹਿੰਦੇ 2.5 ਘੰਟੇ ਬਣਦਾ ਹੈ। ਪਰ ਜੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਕੀਤੀ ਜਾਵੇ, 2.5 ਘੰਟੇ ਸਿਮਰਨ ਕੀਤਿਆਂ ਗੁਰੂ ਨਾਨਕ ਦੇਵ ਸਾਹਿਬ ਬਾਂਤ ਨਹੀਂ ਛੱਡਦੇ ਸਿੱਖ ਦੀ। ਪਰ ਦਾਸ ਨੇ ਇੱਕ ਨਵੀਂ ਗੱਲ ਪੜ੍ਹੀ ਹੈ ਧਾਰਮਿਕ ਗ੍ਰੰਥਾਂ 'ਚ, ਤੁਸੀਂ ਹੈਰਾਨ ਹੋਵੋਗੇ। ਹੁਣ ਆਪਾਂ ਨਾਮ ਤੇ ਜਪਦੇ ਹੀ ਆ, ਬਾਣੀ ਪੜ੍ਹਦੇ ਆ, ਪਰ ਸਾਡੀ ਅਵਸਥਾ ਨਹੀਂ ਬਣਦੀ ਜਿਵੇਂ ਸੰਤਾਂ ਦੀ ਅਵਸਥਾ ਹੁੰਦੀ ਆ, ਗੁਰਸਿੱਖਾਂ ਦੀ ਅਵਸਥਾ ਹੁੰਦੀ ਹੈ। ਜਿਵੇਂ ਗੁਰਬਾਣੀ ਕਹਿੰਦੀ ਨਾ, ਗੁਰਮੁਖ ਰੋਮ ਰੋਮ ਹਰਿ ਧਿਆਵੈ, ਵੀ ਜਿਹੜੇ ਗੁਰਮੁਖ ਨੇ ਉਹਨਾਂ ਦੇ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਚੱਲਦਾ ਹੈ। ਆ ਰੋਮ ਛੋਟੇ ਛੋਟੇ ਵਾਲ ਨੇ ਸਰੀਰ ਦੇ, ਇਹਨਾਂ ਦੇ ਵਿੱਚੋਂ ਵੀ ਇਹ ਵੀ ਮੂੰਹ ਬਣ ਜਾਂਦੇ ਨੇ, ਇਹਨਾਂ ਵਿੱਚੋਂ ਵੀ ਆਵਾਜ਼ ਆਉਂਦੀ। ਕਦੀ ਆਈ ਇੱਦਾਂ? ਕਦੀ ਨਾਮ ਚੱਲਿਆ ਅੰਦਰ? ਹੁਣ ਪਤਾ ਨਹੀਂ ਕੀ ਸੱਚ ਹੈ, ਪਰ ਜੋ ਧਾਰਮਿਕ ਗ੍ਰੰਥਾਂ 'ਚ ਲਿਖਿਆ ਨਾ, ਉਹ ਕਹਿੰਦੇ ਦਸਵੰਧ ਦੇ ਨਾਲ ਵੀ ਗੱਲ ਨਹੀਂ ਬਣਨੀ। ਜੇ ਗੱਲ ਬਣਦੀ ਹੁੰਦੀ 2.5 ਘੰਟੇ ਸਿਮਰਨ ਕੀਤਿਆਂ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਵੀ ਬਣ ਜਾਂਦੀ ਗੱਲ, ਤੇ ਉਹ ਕਹਿੰਦੇ ਬਣਦੀ ਹੈ 100 ਪਾਠ ਕੀਤਿਆਂ, 52 ਪਾਠ ਕੀਤਿਆਂ। ਇਹਦਾ ਮਤਲਬ ਇਹ ਨਾ ਲਿਓ ਵੀ ਬਾਣੀ ਤੇ 5 ਮਿੰਟ ਨਹੀਂ ਕੋਈ ਪੜ੍ਹ ਕੇ ਰਾਜੀ, 2.5 ਘੰਟੇ ਪੜ੍ਹਨੀ ਬੜੀ ਵੱਡੀ ਗੱਲ ਹੈ। ਪਰ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਕਿੰਨਾ ਕੁ ਬੰਦੇ 'ਚ ਉਦਮ ਚਾਹੀਦਾ, ਬਲ ਚਾਹੀਦਾ, ਜਿਹਦੇ ਨਾਲ ਬੰਦੇ ਦੀ ਰੂਹਾਨੀਅਤ ਦੀ ਅਵਸਥਾ ਬਣ ਜਾਏ। ਜਿਵੇਂ ਰੋਮ ਰੋਮ ਧਿਆਉਣਾ, ਸਵਾਸ ਸਵਾਸ ਜਪਣਾ, ਜ਼ਰੇ ਜ਼ਰੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਸੁਣਨੀ। ਤਾਂ ਧਾਰਮਿਕ ਗ੍ਰੰਥ ਕਹਿੰਦੇ ਸੱਜਣਾ, ਜਾਪ 4 ਤਰ੍ਹਾਂ ਦਾ ਮੰਨਿਆ ਗਿਆ। ਇੱਕ ਬੈਖਰੀ, ਇੱਕ ਉਪਾਂਸੂ, ਇੱਕ ਪਸੰਤੀ ਤੇ ਇੱਕ ਪਰਾ। ਬੈਖਰੀ ਕਹਿੰਦੇ ਉੱਚੀ ਬੋਲ ਕੇ, ਮਤਲਬ ਸੁਣੇ ਆਪਦੇ ਆਪ ਨੂੰ, ਤੇ ਉਪਾਂਸੂ ਕਹਿੰਦੇ ਗੁਣ ਗੁਣਾਉਣਾ ਮੂੰਹ ਦੇ ਵਿੱਚ। ਪਛੰਤੀ ਕਹਿੰਦੇ ਨੇ ਹਿਰਦੇ ਦੇ ਵਿੱਚ। ਪਰਾ ਕਹਿੰਦੇ ਨੇ ਜਦੋਂ ਸਵਾਸਾਂ ਦੇ ਨਾਲ ਇੱਕ ਹੋ ਜਾਂਦਾ, ਜਿਹੜਾ ਸਾਹ ਨਾਭੀ 'ਚ ਉੱਠੇ ਉਹਦੇ ਨਾਲ ਰੱਬ ਦਾ ਨਾਂ ਚੱਲੇ। ਹੁਣ ਇਹ ਅਵਸਥਾ ਬਣਾਉਣ ਵਾਸਤੇ ਜੋ ਧਾਰਮਿਕ ਗ੍ਰੰਥਾਂ 'ਚ ਲਿਖਿਆ ਹੈ, ਇਹ ਤਾਂ ਜਿਹੜੇ ਹੁਣ ਜਪਦੇ ਹੋਣਗੇ ਉਹਨਾਂ ਸੰਤਾਂ ਨੂੰ ਪਤਾ ਹੋਊਗਾ ਵੀ 5 ਮਿੰਟ ਜਪਿਆਂ ਬਣ ਜਾਂਦੀ ਹੈ ਕਿ ਅੱਧਾ ਘੰਟਾ ਜਪਿਆਂ ਅਵਸਥਾ ਬਣ ਜਾਂਦੀ ਆ ਕਿ 2.5 ਘੰਟੇ ਜਪਿਆਂ ਬਣ ਜਾਂਦੀ ਹੈ। ਇਹ ਤਾਂ ਹੁਣ ਜਿਹੜੇ ਜਪਦੇ ਉਹਨਾਂ ਨੂੰ ਪਤਾ ਨਾ, ਆਪਾਂ ਤੇ ਗੱਲਾਂ ਕਰਨ ਵਾਲੀ ਆ। ਉਹ ਕਹਿੰਦੇ ਨੇ ਵੀ 40,000, ਦਾਸ ਫਿਰ ਬੇਨਤੀ ਕਰੇ, 40,000 ਜੇ ਬੈਖਰੀ ਜਾਪ ਹੋਵੇ ਤੇ ਉਪਾਂਸੂ ਦੀ ਅਵਸਥਾ ਬਣਦੀ ਹੈ। 40,000 ਉਪਾਂਸੂ ਜਾਪ ਹੋਵੇ ਤੇ ਹਿਰਦੇ 'ਚ ਪਛਯੰਤੀ ਦੀ ਅਵਸਥਾ ਬਣਦੀ। 40,000 ਪਛਯੰਤੀ ਦਾ ਜਾਪ ਹੋਵੇ, ਮੈਨੇ ਹਿਰਦੇ 'ਚ ਜਪਿਆ ਜਾਵੇ, ਫਿਰ ਪਰਾ ਦੀ ਹੌਲੀ ਹੌਲੀ ਅਵਸਥਾ ਬਣਦੀ, ਜਿਹਨੂੰ ਕਹਿੰਦੇ ਗੁਰਮੁਖ ਰੋਮ ਰੋਮ ਹਰਿ ਧਿਆਵੈ, ਜਾਂ ਜਿਹਨੂੰ ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰਨਾਮਾ ਮਨਮੰਤ। ਜਿਵੇਂ ਮੰਨ ਲਓ ਬਈ ਘੜੀ ਆ, ਉਹਦੀ ਸੂਈ ਚੱਲੀ ਜਾਂਦੀ ਆ, ਆਪਾਂ ਕਰੀਏ ਕੁਝ ਨਾ ਕਰੀਏ, ਇੱਦਾਂ ਪਰਾ ਜਾਪ ਜਿਹੜਾ ਹੈ ਉਹ ਚੱਲੀ ਜਾਂਦਾ, ਫਿਰ ਆਪਾਂ ਯਤਨ ਕਰੀਏ ਕਰਨ ਦਾ ਜਾਂ ਨਾ ਕਰੀਏ। ਦਾਸ ਪੜ੍ਹ ਕੇ ਬੜਾ ਹੈਰਾਨ ਹੋਇਆ ਵੀ ਆਪਾਂ ਕਿੱਡੇ ਭੁਲੇਖੇ 'ਚ ਤੁਰੇ ਫਿਰਦੇ ਹਾਂ। 5 ਮਿੰਟ ਵਾਹਿਗੁਰੂ ਵਾਹਿਗੁਰੂ ਵੈਸੇ ਬੜੀ ਵੱਡੀ ਗੱਲ ਆ ਕਲਯੁੱਗ ਦੇ ਵਿੱਚ, ਪਰ ਕਰਕੇ ਇੱਦਾਂ ਸਮਝਦੇ ਹਾਂ ਵੀ ਸਾਡੇ ਵਰਗਾ ਤੇ ਬੰਦਾ ਹੀ ਕੋਈ ਨਹੀਂ, ਸਾਡੇ ਤੋਂ ਵੱਧ ਤੇ ਕੋਈ ਬਾਣੀ ਪੜ੍ਹਨ ਵਾਲਾ ਹੀ ਨਹੀਂ ਆ, ਸਿਮਰਨ ਕਰਨ ਵਾਲਾ ਹੀ ਨਹੀਂ। ਧਾਰਮਿਕ ਗ੍ਰੰਥ ਕੀ ਕਹਿੰਦੇ? ਕਹਿੰਦੇ ਸੱਜਣਾ ਜੇ ਅਵਸਥਾ ਬਣਾਉਣੀ ਹੈ ਉਹ ਵੱਖਰੀ ਗੱਲ ਆ, ਉਹ ਵਿਸ਼ਾ ਵੱਖਰਾ ਵਾ ਵੀ ਗੁਰੂ ਕਿਰਪਾ ਕਰਦੇ, ਭਗਤ ਧੰਨੇ ਵਾਂਗ ਭਾਵੇਂ 3 ਦਿਨਾਂ 'ਚ ਹੀ ਰੱਬ ਮਿਲ ਪਏ, ਭਾਵੇਂ 4 ਦਿਨਾਂ 'ਚ ਹੀ ਰੱਬ ਮਿਲ ਪਏ, ਉਹ ਵੱਖਰੀ ਗੱਲ ਹੈ, ਉਹ ਤਾਂ ਕਿਰਪਾ ਦਾ ਵਿਸ਼ਾ ਨਾ। ਇੱਥੇ ਵਿਸ਼ਾ ਕਿਹਦਾ ਚੱਲਦਾ ਪਿਆ? ਉਦਮ, ਯਤਨ,
ਜਿਹਨੂੰ ਕਹਿੰਦੇ ਨੇ ਯਤਨ ਅਭਿਆਸ। ਯਤਨ ਦਾ ਅਰਥ ਕੀ ਹੁੰਦਾ? ਅਭਿਆਸ, ਮਿਹਨਤ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਤ। ਤਾਂ ਉੱਥੇ ਲਿਖਿਆ ਧਾਰਮਿਕ ਗ੍ਰੰਥਾਂ 'ਚ ਕੀ ਲਿਖਿਆ? ਸੱਜਣਾ 40,000 ਬੈਖਰੀ ਜਪ ਹੋਵੇ ਬੋਲ ਕੇ, ਫਿਰ ਉਪਾਂਸੂ ਦੀ ਅਵਸਥਾ ਬਣਦੀ ਆ, ਜਿਹੜਾ ਮੂੰਹ ਦੇ ਵਿੱਚ ਗੁਣਗੁਣਾਉਣਾ। ਤੇ 40,000 ਉਪਾਂਸੂ ਦਾ ਜਾਪ ਹੋਵੇ ਤੇ ਫਿਰ ਹਿਰਦੇ ਦੀ ਬਣਦੀ ਹੈ ਪਾਤਰਤਾ। ਪਾਤਰਤਾ ਮੈਨੇ ਭਾਂਡਾ ਬਣ ਜਾਂਦਾ ਵੀ ਹੁਣ ਇਹਦੇ ਹਿਰਦੇ 'ਚ ਚੱਲੂਗਾ। ਚਲਾਉਣਾ ਤੇ ਅੱਗੇ ਰੱਬ ਦੀ ਕਿਰਪਾ ਹੈ, ਪਰਮੇਸ਼ਰ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਪਰ ਉਹ ਭਾਂਡਾ ਬਣ ਜਾਂਦਾ ਵੀ ਇਹਦੇ 'ਚ ਹੁਣ ਇਹ ਵਸਤੂ ਪਊਗੀ, ਇਹ ਦਾਤ ਇਹਨੂੰ ਮਿਲੂਗੀ। ਤੇ 40,000 ਜਿਹਦਾ ਹਿਰਦੇ ਦਾ ਹੋਵੇ, ਉਹਦੀ ਪਰਾ ਸਵਾਸਾਂ ਵਾਲੀ ਖੇਡ ਇਹ ਧਾਰਮਿਕ ਗ੍ਰੰਥਾਂ ਮੁਤਾਬਕ ਲਿਖੀ ਗਈ ਹੈ। ਅੱਗੇ ਪਰਮੇਸ਼ਰ ਵਾਹਿਗੁਰੂ ਬੇਅੰਤ, ਮਹਾਂਪੁਰਖਾਂ ਦੀ ਅਵਸਥਾ, ਸੰਤਾਂ ਸਾਧੂਆਂ ਦੀ ਅਵਸਥਾ ਬੇਅੰਤ ਹੈ। ਉਹਨੂੰ ਕਿਸੇ ਗਿਆਨ ਧਿਆਨ 'ਚ ਕੌਣ ਬੰਨ੍ਹ ਸਕਦਾ ਹੈ? ਤਾਂ ਸਾਧੂ ਸੰਗ ਭਇਆ ਮਨ ਉਦਮ, ਜਿਹੜਾ ਬਲ ਪ੍ਰਾਪਤ ਹੁੰਦਾ ਨਾ ਸੇਵਾ ਸਿਮਰਨ ਦਾ, ਇਹ ਆਪਣੇ ਤੋਂ ਸਾਧੂ ਮੈਨੇ ਸ੍ਰੇਸ਼ਟ ਦੀ ਸੰਗਤ ਨਾ ਹੁੰਦਾ। ਤੇ ਮੇਰੇ ਤੋਂ ਵੱਧ ਬਾਣੀ ਕੌਣ ਪੜ੍ਹਦਾ ਹੈ? ਮੇਰੇ ਤੋਂ ਵੱਧ ਅਨੁਭਵ ਕਿਹਦਾ ਹੈ? ਸੇਵਾ ਕਿਹਦੀ ਹੈ? ਅਭਿਮਾਨ ਛੱਡ ਕੇ ਉਹਦੀ ਸੰਗਤ ਕਰੀਏ ਤੇ ਫਿਰ ਬਲ ਪ੍ਰਾਪਤ ਹੁੰਦਾ ਹੈ ਨਾਮ ਜਪਣ ਦਾ, ਸੇਵਾ ਕਰਨ ਦਾ। ਇਸੇ ਕਰਕੇ ਕਹਿੰਦੇ ਨਾ ਕਿ ਧਾਰਮਿਕ ਜਗ੍ਹਾ ਤੇ ਜਾਪ ਕਰਨ ਦਾ ਫਲ ਵੱਧ ਪ੍ਰਾਪਤ ਹੁੰਦਾ ਹੈ, ਗੁਰਮੁਖ ਬੰਦੇ ਲਾਗੇ ਜਾਪ ਕਰਨ ਦਾ ਫਲ ਵੱਧ ਪ੍ਰਾਪਤ ਹੁੰਦਾ ਹੈ, ਆਪਣੇ ਇਸ਼ਟ ਲਾਗੇ ਜਾਪ ਕਰਨ ਦਾ ਫਲ ਵੱਧ ਪ੍ਰਾਪਤ ਹੁੰਦਾ ਹੈ। ਸੋ ਇਹ ਮਹਾਂਪੁਰਸ਼ਾਂ ਦਾ ਪਵਿੱਤਰ ਸਥਾਨ ਹੈ, ਧੰਨ ਬਾਬਾ ਜਵਾਹਰ ਦਾਸ ਜੀ ਦਾ। ਇੱਥੇ ਅਸੀਂ ਜਿਹੜੀ ਸੰਗਤ ਕਰਦੇ ਹਾਂ ਜਾਂ ਸੇਵਾ ਕਰਦੇ ਹਾਂ, ਇਹਦਾ ਫਲ ਵੀ ਵੱਧ ਪ੍ਰਾਪਤ ਹੁੰਦਾ ਹੈ। ਸੋ ਆਓ ਐਸੇ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਉੱਤੇ ਜਾਪ ਸਾਹਿਬ ਦੀ ਕਥਾ ਚੱਲ ਰਹੀ ਹੈ। 75 ਪੌੜੀਆਂ ਹੋ ਗਈਆਂ ਨੇ। ਅੱਗੇ ਕਲਗੀਧਰ ਜੀ ਜਿਵੇਂ ਵਾਹਿਗੁਰੂ ਜੀ ਦੀ ਉਸਤਤ ਕਰਦੇ ਆ, ਆਓ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰੀਏ। ਮਹਾਰਾਜ ਜੀ ਫਰਮਾਉਂਦੇ ਹਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਰਬੰ ਦਾਤਾ। ਸਾਰਿਆਂ ਨੂੰ ਦਾਤਾ ਮੈਨੇ ਦੇਣ ਵਾਲਾ। ਇਹ ਵੱਖਰੀ ਗੱਲ ਹੈ ਕਿ ਦਿਖਦਾ ਨਹੀਂ ਕਿਸੇ ਨੂੰ, ਤੇ ਦਿਮਾਗ ਦੇ ਬਹਾਨੇ ਵੀ ਇਹ ਬੰਦਾ ਪੜ੍ਹਿਆ ਬਹੁਤ, ਵਿਦਿਆ ਦੇ ਬਹਾਨੇ ਮਿਲਦਾ ਪਿਆ, ਕਿਸੇ ਨੂੰ ਸੇਵਾ ਦੇ ਬਹਾਨੇ, ਕਿਸੇ ਨੂੰ ਸਿਮਰਨ ਦੇ ਬਹਾਨੇ, ਕਿਸੇ ਨੂੰ ਨੌਕਰੀ ਦੇ ਬਹਾਨੇ, ਤੇ ਸਾਰੀ ਦੁਨੀਆ ਨੂੰ ਧਰਤੀ ਦੇ ਬਹਾਨੇ। ਧਰਤੀ 'ਚ ਅੰਨ ਬੀਜਿਆ ਜਾਂਦਾ ਹੈ, ਪਰ ਜਿੰਨਾ ਬੀਜਿਆ ਜਾਂਦਾ ਉਹ ਤੋਂ ਹਜ਼ਾਰਾਂ ਗੁਣਾ ਫਸਲ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਤੇ ਪ੍ਰਾਪਤ ਹੁੰਦਾ ਹੈ। ਦੇਣ ਵਾਲਾ ਇੱਕ ਹੀ ਆ ਪਰਮੇਸ਼ਰ, ਪਰ ਦਿੰਦਾ ਕਿਸੇ ਬਹਾਨੇ ਹੈ। ਸਾਹਮਣੇ ਕੁਝ ਹੋਰ ਦਿਖਦਾ ਹੈ ਤੇ ਪਿੱਛੇ ਦੇਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਰਬੰਗ ਦਾਤਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਹੈ। ਸਰਬੰ ਗਿਆਤਾ, ਤੇ ਸਭ ਕੁਝ ਜਾਣਨ ਵਾਲਾ, ਜਿਹਨੂੰ ਸਭ ਪਤਾ ਹੈ, ਕੋਈ ਗੱਲ ਛਿਪੀ ਨਹੀਂ, ਕੋਈ ਲੁਕੋ ਨਹੀਂ। ਆਪਾਂ ਪੜ੍ਹਦੇ ਆ ਨਾ, ਅੰਤਰਜਾਮੀ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਵਾਹਿਗੁਰੂ ਪਰਮੇਸ਼ਰ ਜੀ ਸਭ ਜਾਣਦੇ ਨੇ ਕਿ ਕਿੱਡਾ ਕੁ ਚੰਗਾ ਹੈ, ਕਿੱਡਾ ਕੁ ਮੰਦਾ ਹੈ, ਇਹ ਬੰਦਾ ਕਿਸ ਤਰ੍ਹਾਂ ਦਾ ਹੈ। ਇੱਕ ਬੇਨਤੀ ਕਰੇ ਦਾਸ, ਅਸੀਂ ਇੱਕ ਤੁਕ ਪੜ੍ਹਦੇ ਆ ਨਾ ਬਈ, ਕਈ ਵਾਰੀ ਸ਼ੰਕਾ ਆ ਜਾਂਦਾ ਹੈ ਬਈ ਇੱਕ ਬੰਨੇ ਤੇ ਗੁਰੂ ਮਹਾਰਾਜ ਜੀ ਲਿਖਦੇ ਨੇ ਕਿ ਅਰਦਾਸ ਕਰਿਆ ਕਰੋ, ਦੂਜੇ ਬੰਨੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਸਭ ਜਾਣਦਾ, ਵਿਣ ਬੋਲਿਆ ਸਭ ਕੁਝ ਜਾਣਦਾ, ਕਿਸ ਅੱਗੇ ਕੀਚੇ ਅਰਦਾਸ। ਤੇ ਦੂਸਰੇ ਬੰਨੇ ਅਰਦਾਸ ਤੋਂ ਬਿਨਾਂ ਸਰਨਾ ਨਹੀਂ। ਹੁਣ ਇੱਥੇ ਵਿਸ਼ੇ ਅੱਡ ਹੋ ਗਏ ਨੇ। ਇੱਕ ਵਿਸ਼ਾ ਚੱਲਦਾ ਪਿਆ ਅੰਤਰਜਾਮੀ ਦਾ, ਵੀ ਸਭ ਜਾਣਦਾ ਹੈ। ਦੂਜਾ ਵਿਸ਼ਾ ਕੀ ਆ? ਰੋਵੇਂਗਾ ਤੇ ਮਾਂ ਦੁੱਧ ਦਵੇਗੀ, ਬੇਨਤੀ ਕਰੇਗਾ ਤੇ ਵਾਹਿਗੁਰੂ ਸੁਣੇਗਾ। ਇਹ ਦੋ ਅੱਡ ਅੱਡ ਵਿਸ਼ੇ ਨੇ।
ਸਾਨੂੰ ਦਾਤ ਉਹ ਪ੍ਰਾਪਤ ਹੁੰਦੀ ਹੈ ਜਿਹੜੀ ਸਾਡੇ ਢਿੱਡ ਦੀ ਭੁੱਖ ਹੋਵੇ। ਉੱਤੋਂ ਅਸੀਂ ਜੋ ਮਰਜ਼ੀ ਗੱਲਾਂ ਕਰੀ ਜਾਈਏ। ਆਪਣੇ ਅੰਦਰ ਦੇਖਣਾ ਚਾਹੀਦਾ ਹੈ। ਮਹਾਂਪੁਰਸ਼ ਕੀ ਕਹਿੰਦੇ ਨੇ ਕਿ ਦਿਲ ਦੇ ਵਿੱਚ ਸਤਿਕਾਰ ਕਿਹੜੀ ਚੀਜ਼ ਦਾ, ਮਹੱਤਤਾ ਕਿਹੜੀ ਚੀਜ਼ ਦੀ। ਜਿਹੜੀ ਚੀਜ਼ ਮੇਰੇ ਢਿੱਡ 'ਚ ਪਈ ਆ ਨਾ, ਉੱਤੋਂ ਮੈਂ ਕਹੀ ਜਾਵਾਂ ਮਹਾਰਾਜ ਮੈਨੂੰ ਦਰਸ਼ਨ ਦਿਓ, ਮੈਨੂੰ ਨਾਮ ਦਿਓ, ਮੈਨੂੰ ਸੇਵਾ ਦਿਓ, ਮੈਨੂੰ ਸਿਮਰਨ ਦਿਓ, ਮੈਨੂੰ ਜੀਵਨ ਦਿਓ, ਨਹੀਂ ਮਿਲੇਗਾ। ਕਿਉਂ? ਢਿੱਡ ਮੇਰਾ ਹੋਰ ਚੀਜ਼ ਭਾਲਦਾ ਹੈ। ਅੰਦਰੋਂ ਮੇਰੇ ਢਿੱਡ ਦੀ ਭੁੱਖ ਹੋਰ ਹੈ। ਇਹ ਜਿਹੜੀ ਤੁਕ ਹੈ ਨਾ, ਵਿਣ ਬੋਲਿਆਂ ਸਭ ਕੇ ਜਾਣਦਾ, ਇਹ ਢਿੱਡ ਦੀ ਭੁੱਖ ਦੀ ਗੱਲ ਕਰਦੀ ਆ ਵੀ ਮੂੰਹ ਜਿੰਨੀਆਂ ਮਰਜ਼ੀ ਚੋਪੜੀਆਂ ਗੱਲਾਂ ਕਰੀ ਜਾ, ਅੰਦਰ ਕੁਝ ਹੋਰ। ਹੁਣ ਆਪਾਂ ਉੱਤੋਂ ਤੇ ਸਾਰੇ ਕਹਿ ਦਿੰਦੇ ਆ ਵੀ ਸਭ ਤੋਂ ਵੱਡਾ ਪ੍ਰਮਾਤਮਾ, ਪਰ ਅੰਦਰੋਂ ਨਹੀਂ ਨਹੀਂ ਪੈਸਾ ਚਾਹੀਦਾ ਵਾ। ਪੈਸੇ ਬਿਨਾਂ ਗੱਲ ਥੋੜ੍ਹੀ ਬਣਦੀ ਆ, ਗੱਡੀ ਥੋੜ੍ਹੀ ਚੱਲਦੀ ਆ। ਉੱਤੋਂ ਆਪਾਂ ਕਹਿੰਦੇ ਆ ਵੀ ਮਹਾਰਾਜ ਨਾਮ ਦਿਓ, ਅੰਦਰੋਂ ਢਿੱਡ ਕੀ ਕਹਿੰਦਾ ਵਾ, ਨਾਮ ਨਾਲ ਮੇਰੀ ਗੱਡੀ ਥੋੜ੍ਹੀ ਚੱਲਣੀ, ਮੈਨੂੰ ਤੇ ਪੈਸਾ ਚਾਹੀਦਾ ਹੈ। ਦੋ ਚੀਜ਼ਾਂ ਨਾ, ਪ੍ਰਮਾਤਮਾ ਤੇ ਪੈਸਾ। ਹੁਣ ਉੱਤੋਂ ਆਪਾਂ ਸਾਰੇ ਕਹਿੰਦੇ ਆ ਰੱਬ ਵੱਡਾ ਹੈ, ਰੱਬ ਵੱਡਾ ਹੈ, ਪਰ ਮਾਫ ਕਰਿਓ ਢਿੱਡੋਂ ਅਸੀਂ ਹੋਰ ਕਿਸੇ ਨੂੰ ਵੱਡਾ ਮੰਨਦੇ ਆ। ਇਸ ਕਰਕੇ ਗੁਰਬਾਣੀ ਕਹਿੰਦੀ ਆ ਵਿਣ ਬੋਲਿਆ ਸਭ ਕੇ ਜਾਣਦਾ, ਤੇ ਚੀਜ਼ ਉਹ ਮਿਲੇਗੀ ਜਿਹੜੀ ਸਾਡੇ ਢਿੱਡ ਦੀ ਭੁੱਖ ਹੋਵੇਗੀ, ਜੋ ਅਸੀਂ ਅੰਦਰੋਂ ਆਂਦਰਾਂ ਤੋਂ ਚਾਹੁੰਦੇ ਹੋਵਾਂਗੇ ਨਾ, ਉਹ ਮਿਲੇਗੀ। ਆਪ ਹੈਰਾਨ ਹੋਵੋਗੇ, ਗੁਰਬਾਣੀ ਨੇ ਹਰ ਗੱਲ ਦਾ ਜਵਾਬ ਦਿੱਤਾ ਰੂਹਾਨੀਅਤ ਦਾ। ਗੁਰਬਾਣੀ ਕਹਿੰਦੀ ਹੈ ਜੈਸੀ ਭੂਖ ਤੈਸੀ ਕਾ ਪੂਰਕ, ਜਿਹੋ ਜਿਹੀ ਭੁੱਖ ਲੱਗੀ ਹੈ ਉਹੋ ਜਿਹੀ ਦਾਤ ਰੱਬ ਤੈਨੂੰ ਦਵੇਗਾ, ਉੱਤੋਂ ਜੋ ਮਰਜ਼ੀ ਤੂੰ ਕਰੀ ਜਾ। ਇਹਨੂੰ ਕਹਿੰਦੇ ਆ ਸਰਬੰਗ ਗਿਆਤਾ, ਸਭ ਜਾਣਦਾ। ਜਿਵੇਂ ਬਾਈਬਲ ਦੇ ਵਿੱਚ ਲਿਖਿਆ ਨਾ, ਚੋਪੜੇ ਬੁੱਲਾਂ ਵਾਲਿਆਂ ਤੋਂ ਰੱਬ ਖੁਸ਼ ਨਹੀਂ ਹੁੰਦਾ। ਉਹ ਚੋਪੜੇ ਬੁੱਲਾਂ ਦਾ ਮਤਲਬ ਮੈਨੂੰ ਇੱਕ ਦਿਨ ਪੜ੍ਹਦਿਆਂ ਵੈਸੇ ਗੱਲ ਚੰਗੀ ਲੱਗੀ। ਚੋਪੜੇ ਬੁੱਲਾਂ ਵਾਲਿਆਂ ਤੋਂ ਰੱਬ ਖੁਸ਼ ਨਹੀਂ ਹੁੰਦਾ। ਚੋਪੜੇ ਬੁੱਲ ਮੈਨੇ ਬੜੀਆਂ ਮਿੱਠੀਆਂ ਗੱਲਾਂ ਕਰਦੇ ਤੇ ਅੰਦਰੋਂ ਛੁਰੀ ਫੇਰਨੀ, ਇਹਨਾਂ ਤੇ ਰੱਬ ਖੁਸ਼ ਨਹੀਂ ਹੁੰਦਾ। ਮੂੰਹੋਂ ਕੁਝ ਕਹਿਣਾ ਤੇ ਅੰਦਰੋਂ ਕੁਝ। ਹੁਣ ਤੁਸੀਂ ਹੈਰਾਨ ਹੋਵੋਗੇ, ਜਿਹੋ ਜੀ ਬੰਦੇ ਦੀ ਭਾਵਨਾ ਵਾ ਨਾ ਢਿੱਡੋਂ, ਵੀ ਮਹੱਤਤਾ ਕਿਹਨੂੰ ਦਿੰਦਾ ਹੈ, ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ। ਜਿਹੋ ਜਿਹਾ ਹਿਰਦੇ ਦਾ ਭਾਵ ਹੈ, ਭਾਵਨਾ ਹੀ ਇੱਕ ਇੱਦਾਂ ਦੀ ਸ਼ੈ ਹੈ ਜਿਹੜੀ ਹਰ ਕਰਮ ਨੂੰ ਭਗਤੀ ਬਣਾਉਂਦੀ। ਜੇ ਭਾਵਨਾ ਨਾ ਹੋਵੇ, ਤੁਸੀਂ ਇੱਕ ਗੱਲ ਕਿਤੇ ਨੋਟ ਕਰਿਓ, ਭਾਵਨਾ ਜਦੋਂ ਰੋਟੀ 'ਚ ਆ ਗਈ ਤਾਂ ਉਹ ਕੀ ਬਣ ਗਿਆ? ਲੰਗਰ, ਪ੍ਰਸ਼ਾਦ। ਹੈ ਤੇ ਉਹੋ ਹੀ ਆਟਾ ਨਾ ਜਿਹੜਾ ਆਪਣੇ ਘਰੇ, ਉਹੋ ਹੀ ਘਿਓ। ਗੁਰਦੁਆਰੇ ਬਣੇ ਤੇ ਦੇਗ ਆ, ਘਰ 'ਚ ਬਣੇ ਤੇ ਹਲਵਾ ਵਾ। ਗੁਰਦੁਆਰੇ ਬਣੇ ਤੇ ਕੜਾਹ ਵਾ, ਘਰ 'ਚ ਬਣੇ ਤੇ ਹਲਵਾ ਵਾ। ਹੁਣ ਜਦੋਂ ਭਾਵਨਾ, ਦਿਲ ਦੀ ਭਾਵਨਾ ਗੁਰੂ ਦੇ ਪ੍ਰਸ਼ਾਦੇ 'ਚ ਆ ਗਈ ਤੇ ਉਹ ਪ੍ਰਸ਼ਾਦ ਬਣ ਜਾਂਦਾ। ਨਹੀਂ ਭਾਵਨਾ ਹੈਗੀ ਤੇ ਉਹਨਾਂ ਅਗਲੇ ਪਤਾ ਕੀ ਕਹਿੰਦੇ ਹੁੰਦੇ, ਰੋਟੀਆਂ ਖਾਣ ਨੂੰ ਗੁਰਦੁਆਰੇ ਤੁਰੇ ਫਿਰਦੇ, ਜੇ ਭਾਵਨਾ ਨਹੀਂ ਤੇ। ਅੱਛਾ, ਉਹੋ ਹੀ ਭਾਵਨਾ, ਜਾਂ ਇੱਦਾਂ ਕਰ ਲਈਏ ਵੀ ਭਗਤੀ ਜਿਹੜੀ ਨਾ ਦਿਲੋਂ, ਆਂਦਰਾਂ ਦੀ ਭੁੱਖ, ਆਂਦਰਾਂ ਦੀ ਭੁੱਖ ਨੂੰ ਭਾਵਨਾ ਕਹਿੰਦੇ ਨਾ, ਵੀ ਦਿਲ ਕੀ ਚਾਹੁੰਦਾ, ਅੰਦਰੋਂ ਬੰਦਾ ਕੀ ਚਾਹੁੰਦਾ ਹੈ। ਉਹੋ ਹੀ ਭਾਵਨਾ ਜਦੋਂ ਪਾਣੀ ਦੇ ਵਿੱਚ ਆ ਗਈ, ਬਾਹਰ ਦੁਨੀਆ ਦਾ ਪਾਣੀ ਤੇ ਗੁਰੂ ਦੇ ਘਰ ਦਾ ਪਾਣੀ ਕੀ ਬਣ ਜਾਂਦਾ? ਜਲ। ਸ਼ਕਤੀਆਂ ਦਾ ਮਾਲਕ, ਸ਼ਕਤੀਆਂ ਦਾ ਸੋਮਾ। ਬਾਹਰ ਪੈਰ ਧੋਣ ਵਾਲਾ ਪਾਣੀ ਤੇ ਇੱਥੇ ਜੇ ਪੈਰ ਧੋਤੇ ਤੇ ਚਰਣਾ ਅੰਮ੍ਰਿਤ। ਉਹੀ ਭਾਵਨਾ ਜਦੋਂ ਸਫ਼ਰ ਦੇ ਵਿੱਚ ਆ ਗਈ ਤਾਂ ਸਫ਼ਰ ਕੀ ਬਣ ਜਾਂਦਾ ਹੈ? ਚਰਨ ਚਲੋ ਮਾਰਗ ਗੋਬਿੰਦ ਯਾਤਰਾ, ਗੁਰਧਾਮਾਂ ਦੀ ਯਾਤਰਾ, ਗੁਰੂ ਦੇ ਦੁਆਰਿਆਂ ਦੇ ਦਰਸ਼ਨ। ਉਹੀ ਭਾਵਨਾ ਜਦੋਂ ਸੰਗੀਤ ਵਿੱਚ ਆ ਗਈ, ਉਹ ਕੀ ਬਣ ਜਾਂਦਾ? ਕੀਰਤਨ। ਰਾਗ ਕੀ ਬਣ ਗਿਆ? ਕੀਰਤਨ ਬਣ ਗਿਆ। ਉਹੀ ਭਾਵਨਾ ਜਦੋਂ ਘਰ ਦੇ ਵਿੱਚ ਆ ਗਈ ਤੇ ਉਹ ਕੀ ਬਣ ਜਾਂਦਾ? ਮੰਦਰ। ਕਾਰਜ ਦੇ ਵਿੱਚ ਆ ਗਈ ਤੇ ਕਰਮ, ਕਿਰਿਆ ਦੇ ਵਿੱਚ ਆ ਗਈ ਤੇ ਸੇਵਾ,
ਤੇ ਜਦੋਂ ਉਹੀ ਭਾਵਨਾ ਇਸ ਬੰਦੇ ਦੇ ਅੰਦਰ ਆ ਜਾਂਦੀ ਤੇ ਇਹ ਬੰਦਾ ਕੀ ਬਣ ਜਾਂਦਾ? ਦੇਵਤਾ, ਸੰਤ, ਭਗਤ। ਰੱਬ ਭਾਵਨਾ ਦੇ ਸਿਰ ਤੇ ਜਿਉਂਦਾ ਹੈ। ਜਿਵੇਂ ਰੋਟੀ ਤੇ ਸਿਰ ਤੇ ਬੰਦਾ ਜਿਉਂਦਾ ਨਾ, ਰੋਟੀ ਨਾ ਮਿਲੇ ਤੇ ਮੌਤ। ਰੱਬ ਉਹਨਾਂ ਘਰਾਂ 'ਚ ਮਰ ਚੁੱਕਾ ਵਾ ਜਿਨ੍ਹਾਂ ਘਰਾਂ 'ਚ ਪ੍ਰੇਮ ਨਹੀਂ, ਪਰਮੇਸ਼ਰ ਦਾ ਭਗਤੀ ਨਹੀਂ। ਆ ਕਿਸੇ ਸੱਜਣ ਨੂੰ ਤੁਸੀਂ ਪੁੱਛੋ, ਕਈ ਕਹਿਣਗੇ ਜੀ ਦਿਲ 'ਚ ਪ੍ਰੇਮ ਹੋਣਾ ਚਾਹੀਦਾ। ਉਹ ਸਾਨੂੰ ਕਿੱਦਾਂ ਪਤਾ ਲੱਗੇ ਵੀ ਤੇਰੇ ਦਿਲ 'ਚ ਪ੍ਰੇਮ ਆ? ਮੁੰਡਾ ਜਾਂ ਬਜ਼ੁਰਗ ਹੋਵੇ, ਪਾਟੇ ਲੀੜੇ ਹੋਣ, ਕੱਪੜੇ ਹੋਣ, ਟੁੱਟੀ ਮੰਜੀ ਹੋਵੇ, ਤੇ ਕੋਈ ਜਾ ਕੇ ਕਵੇ ਤੁਹਾਡੇ ਬੁੱਢੇ ਦਾ ਤੇ ਆਹ ਹਾਲ ਆ, ਤੇ ਆਪਾਂ ਕੀ ਕਹੀਏ? ਨਹੀਂ ਨਹੀਂ, ਮੇਰੇ ਦਿਲ 'ਚ ਬੜਾ ਪ੍ਰੇਮ ਆ। ਉਹ ਕਹਿੰਦੇ ਉਹ ਭੁੱਖਾ ਮਰਨ ਡਿਆ, ਤੇਰੇ ਦਿਲ ਦੇ ਪ੍ਰੇਮ ਨੂੰ ਮੈਂ ਕੀ ਕਰਾਂ? ਪ੍ਰੇਮ ਦੀ ਕਮਾਈ ਕਰਨੀ ਪੈਂਦੀ ਹੈ, ਭਾਵਨਾ ਕਮਾਉਣੀ ਪੈਂਦੀ ਹੈ। ਭਾਵਨਾ ਦਿਲ 'ਚ ਨਹੀਂ ਰੱਖਿਆ ਸਰਦਾ, ਭਾਵਨਾ ਦੀ ਕਮਾਈ ਕਰਨੀ ਪੈਂਦੀ ਹੈ। ਪ੍ਰੇਮ ਦਿਲ 'ਚ ਰੱਖਿਆ ਕੁਝ ਨਹੀਂ ਹੁੰਦਾ। ਸੰਗਤ ਹੈ, ਭੁੱਖੀ ਸੀ, ਨਹੀਂ ਜੀ ਮੇਰੇ ਮਨ 'ਚ ਤੇ ਸੰਗਤ ਦਾ ਬਹੁਤ ਸਤਿਕਾਰ ਆ, ਤੂੰ ਤੇ ਰੋਟੀ ਵੀ ਨਹੀਂ ਪੁੱਛੀ, ਤੂੰ ਤੇ ਪਾਣੀ ਵੀ ਨਹੀਂ ਪੁੱਛਿਆ, ਤੇ ਤੇਰੇ ਸਤਿਕਾਰ ਨੂੰ ਮੈਂ ਕੀ ਕਰਾਂ? ਪ੍ਰੇਮ, ਸਤਿਕਾਰ, ਭਾਵਨਾ ਦਿਲ 'ਚ ਰੱਖਣੀ ਹੋਰ ਗੱਲ ਹੈ, ਕਮਾਈ ਕਰਨੀ ਇਹਦੀ ਹੋਰ ਗੱਲ ਹੈ। ਬੱਚਾ ਹੋਵੇ, ਪਾਟੇ, ਤੁਹਾਡੇ ਘਰ 'ਚ ਤੁਹਾਡਾ ਕੋਈ ਬੱਚਾ ਹੈ, ਮੰਨ ਲਓ ਤੁਹਾਡੀ ਔਲਾਦ ਆ, ਤੁਹਾਡਾ ਲੜਕਾ ਵਾ, ਪਾਟੇ ਕੱਪੜੇ ਹੋਣ, ਰੋਟੀ ਉਹਨੂੰ ਮਿਲੇ ਨਾ, ਤੁਹਾਨੂੰ ਕੋਈ ਆਣ ਕੇ ਕਵੇ ਉਹ ਤੁਹਾਡਾ ਮੁੰਡਾ ਭੁੱਖਾ ਤੁਰਿਆ ਫਿਰਦਾ, ਤੁਸੀਂ ਕਹੋ ਨਹੀਂ ਨਹੀਂ ਮੇਰੇ ਦਿਲ 'ਚ ਬੜਾ ਪ੍ਰੇਮ ਹੈ। ਸਾਨੂੰ ਕਿੱਦਾਂ ਪਤਾ ਲੱਗੇ ਵੀ ਤੇਰੇ ਦਿਲ 'ਚ ਪ੍ਰੇਮ ਹੈ? ਪ੍ਰੇਮ ਦੀ ਕਮਾਈ ਕਰਨੀ ਪੈਂਦੀ। ਸ਼ੇਖ ਸਾਦੀ ਸਾਹਿਬ ਦੀ ਕਿੱਡੀ ਸੋਹਣੀ ਸਾਖੀ ਆਉਂਦੀ। ਕਿਸੇ ਫਕੀਰ ਨੂੰ ਮਿਲ ਗਏ, ਮੁਸਲਮਾਨ ਮੱਥਾ ਨਹੀਂ ਨਾ ਟੇਕਦੇ, ਮੱਥਾ ਟੇਕਣਾ ਹਰਾਮ ਮੰਨਿਆ ਗਿਆ। ਉਹ ਕਹਿੰਦੇ ਧੌਣ ਜਿਹੜੀ ਹੈ, ਸਿਰ ਜਿਹੜਾ ਵਾ ਸਿਜਦਾ, ਇਹ ਖੁਦਾ ਨੂੰ ਹੋ ਸਕਦਾ, ਹੋਰ ਕਿਸੇ ਨੂੰ ਨਹੀਂ, ਕਿਸੇ ਨੂੰ ਵੀ ਨਹੀਂ। ਜਿਵੇਂ ਆਪਾਂ ਕੋਈ ਬਜ਼ੁਰਗ ਹੋਵੇ ਉਹਦੇ ਗੋਡੀਆਂ ਹੱਥ ਲਾਉਣੇ, ਗੋਡੀਆਂ ਹੱਥ ਲਾਉਣਾ ਵੀ ਹਰਾਮ ਹੈ। ਇਹ ਕੀ ਕਰਦੇ ਆ? ਹੱਥ ਸੁੱਟਦੇ ਆ। ਦਸਤਵੋਸੀ ਕਹਿੰਦੇ ਨਾ, ਹੱਥ ਸੁੱਟਦੇ ਆ। ਬਹੁਤਾ ਸਤਿਕਾਰਯੋਗ ਆ ਤੇ 3 ਵਾਰੀ ਗੱਲ ਮਿਲਦੇ, ਹੱਥ ਚੁੰਮਦੇ ਆ, ਬਹੁਤਾ ਸਤਿਕਾਰਯੋਗ ਆ ਤੇ 3 ਵਾਰੀ ਗੱਲ ਨਹੀਂ ਮਿਲਦੇ ਹੁੰਦੇ, ਇੱਕ ਦੂਜੇ ਨੂੰ ਜੱਫੀ ਜੀ ਪਾਉਂਦੇ ਹੁੰਦੇ। ਬਸ ਇਹਨਾਂ 'ਚ ਇਹੀ ਸਤਿਕਾਰ ਹੁੰਦਾ। ਆਪਣੇ ਵਾਂਗ ਨਹੀਂ ਵੀ ਕੋਈ ਸੰਤ ਸਾਧੂ ਆ ਉਹਨੂੰ ਫਤਿਹ ਬੁਲਾਉਣੀ ਜਾਂ ਨਮਸਕਾਰ ਕਰਨੀ ਜਾਂ ਸਿਰ ਝੁਕਾਉਣਾ, ਜੋ ਦਿਸੈ ਗੁਰ ਸਿੱਖੜਾ ਤਿਸ ਨਿਭ ਨਿਭ ਲਾਗੂ ਪਾਏ ਜੀ, ਇਹ ਨਹੀਂ ਹੁੰਦਾ ਇਹਨਾਂ 'ਚ। ਇਹਨਾਂ 'ਚ ਹਰਾਮ ਮੰਨਿਆ ਜਾਂਦਾ ਹੈ। ਸ਼ੇਖ ਸਾਦੀ ਸਾਹਿਬ ਇੱਕ ਸੰਤ ਕੋਲੇ ਗਏ, ਇੱਕ ਫਕੀਰ ਕੋਲੇ ਗਏ, ਹੋਰ ਵੀ ਫਕੀਰ ਸੀ, ਉਹਨੇ ਬੜਾ ਪ੍ਰੇਮ ਕੀਤਾ, ਜੱਫੀਆਂ ਹੀ ਪਾਈ ਜਾਵੇ, ਹੱਥ ਹੀ ਚੁੰਮੀ ਜਾਵੇ। ਇਹ ਵਿਚਾਰੇ ਭੁੱਖੇ ਪਿਆਸੇ, ਹਾਰ ਕੇ ਸਾਦੀ ਸਾਹਿਬ ਨੂੰ ਕਹਿਣਾ ਹੀ ਪੈ ਗਿਆ, ਕਹਿੰਦੇ ਹੱਥ ਹੀ ਚੱਟੀ ਜਾਣਾ ਕਿ ਕੋ ਦਵੇਂਗਾ ਵੀ ਖਾਣ ਦਾ, ਇਹ ਜੱਫੀਆਂ ਪਾਈ ਜਾਵੇਗਾ। ਪ੍ਰੇਮ ਦਿਲ 'ਚ ਆ, ਸਾਨੂੰ ਕੀ ਪਤਾ ਹੈ? ਭਾਵਨਾ ਦਿਲ 'ਚ ਆ, ਸਾਨੂੰ ਕੀ ਪਤਾ ਹੈ? ਆਪਦੇ ਘਰ 'ਚ ਕਦੀ ਇਦਾਂ ਕੀਤਾ ਵਾ ਵੀ ਪਿਓ ਭੁੱਖਾ ਹੋਵੇ, ਮਾਂ ਭੁੱਖੀ ਹੋਵੇ ਤੇ ਕਵੇ ਜੀ ਮੇਰਾ ਤੇ ਪ੍ਰੇਮ ਆ? ਇਦਾਂ ਗੁਰੂ ਕੇ ਘਰ ਦੇ ਵਿੱਚ, ਗੁਰਸਿੱਖੀ ਦੇ ਵਿੱਚ ਆਪਣੇ ਪ੍ਰੇਮ ਨੂੰ ਜ਼ਾਹਰ ਕਰਨ ਵਾਸਤੇ ਗੁਰੂ ਦੇ ਦਰਸ਼ਨ ਕਰਨ ਗੁਰਦੁਆਰੇ ਜਾਣਾ ਪੈਂਦਾ ਹੈ। ਇਦਾਂ ਕਿਹਾ ਨਹੀਂ ਸਰਦਾ ਵੀ ਰੱਬ ਹਰ ਥਾਂ ਤੇ। ਪਰਿਕਰਮਾ ਕਰਨੀਆਂ ਇਹ ਦਿਲ ਦਾ ਪ੍ਰੇਮ ਹੈ। ਕੜਾਹ ਪ੍ਰਸ਼ਾਦ ਦੀ ਦੇਗ ਦਾ ਭੋਗ ਲਵਾਇਆ ਕਦੀ ਮਹਾਰਾਜ ਨੂੰ? ਕਹੀ ਜਾ ਬੜਾ ਪ੍ਰੇਮ ਆ ਮੇਰਾ। ਇਹ ਵੀ ਕੀ ਆ? ਪ੍ਰੇਮ ਨੂੰ ਪ੍ਰਗਟ ਕਰਨਾ, ਪ੍ਰੇਮ ਦੀ ਕਮਾਈ ਕਰਨੀ, ਭਾਵਨਾ ਦੀ ਕਮਾਈ ਕਰਨੀ, ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਗੁਰੂ ਸਾਹਿਬ ਅੱਗੇ ਅਰਦਾਸ ਕਰਨੀ, ਗੁਰੂ ਸਾਹਿਬ ਨੂੰ ਰੁਮਾਲਾ ਚੜਾਉਣਾ, ਗੁਰੂ ਘਰ ਜਾ ਕੇ ਸੇਵਾ ਕਰਨੀ। ਇਹ ਕੀ ਆ? ਆਪਣੀ ਭਾਵਨਾ, ਆਪਣੇ ਪ੍ਰੇਮ ਨੂੰ ਪ੍ਰਗਟ ਕਰਨਾ, ਇਹਦੀ ਕਮਾਈ ਕਰਨੀ। ਕਿਉਂ? ਬਿਨਾਂ ਇਹਦੀ ਕਮਾਈ ਤੋਂ, ਪ੍ਰਗਟ ਕਰਨ ਤੋਂ ਲਾਭ ਪ੍ਰਾਪਤ ਨਹੀਂ ਹੁੰਦਾ ਹੈ। ਹੁਣ ਕਿੱਡੇ ਕਿੱਡੇ ਗੁਰਮੁਖ ਸੀ ਜਿਹੜੇ 20 ਪਰਿਕਰਮਾ ਕਰੀ ਜਾਂਦੇ, ਕਿੱਡੇ ਕਿੱਡੇ ਮਹਾਂਪੁਰਸ਼ ਸੀ ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਹੀ ਕਰੀ ਜਾਂਦੇ। ਦਰਸ਼ਨਾਂ ਬਿਨਾਂ ਅੰਨ ਪਾਣੀ ਨਹੀਂ ਹੋ ਸਕਦੇ। ਇਹ ਕੀ ਆ? ਪ੍ਰੇਮ। ਇੱਥੋਂ ਹੀ ਪਤਾ ਲੱਗਦਾ, ਹੋਰ ਤੇ ਕੋਈ ਥਰਮਾਮੀਟਰ ਹੈ ਨਹੀਂ ਵੀ ਕਿੰਨਾ ਕੁ ਪ੍ਰੇਮ। ਹੁਣ ਸਾਡੇ ਵਿੱਚ ਇੱਕ ਨਿੱਕਾ ਜਿਹਾ ਸਵਾਲ, ਰੁਮਾਲੇ ਚੜਾਈ ਜਾਂਦੇ ਆ, ਜਦੋਂ ਆਪ ਕੱਪੜੇ ਲੈਂਦੇ ਉਦੋਂ ਤੇ ਕਦੀ ਚੇਤਾ ਨਹੀਂ ਆਉਂਦਾ। ਜੇ ਸਰਨ ਦੀ ਗੱਲ ਕਰੀਏ ਤੇ ਸਕੂਟਰ ਲੈਣ ਦੀ ਲੋੜ ਪਈ ਹੈ, ਸਰਦਾ ਤੇ ਸਾਈਕਲ ਤੇ ਵੀ ਆ। ਫਿਰ ਜੇ ਸਰਨ ਦੀ ਗੱਲ ਕਰੀਏ ਤੇ ਗੱਡੀ ਲੈਣ ਦੀ ਕੀ ਲੋੜ ਪਈ ਆ?
ਸਰਦਾ ਤੇ ਬਸਦੇ ਵੀ ਆ। ਫਿਰ ਹੁਣ ਇੱਕ ਸਾਡੇ ਸਵਾਲ ਕਰੀ ਜਾਂਦੇ, ਹਰਿਮੰਦਰ ਸਾਹਿਬ ਤੇ ਸੋਨਾ ਲੱਗਾ, ਨਾ ਤੇ ਮੈਂ ਲਾਇਆ ਹੀ ਆ, ਤੇ ਜਿੰਨੇ ਕੀਤਾ ਸਵਾਲ ਉਹਨੇ ਪੀਰ ਨੇ ਵੀ ਦੁੱਕੀ ਨਹੀਂ ਦਿੱਤੀ। 200 ਸਾਲ ਬਾਅਦ ਬਸ ਸਿਰ ਫਸਾਉਣਾ। ਜਿੰਨੇ ਲਾਇਆ ਵਾ ਉਹ ਸੱਚਖੰਡ ਬੈਠਾ ਹੋਊਗਾ ਗੁਰੂ ਸਾਹਿਬ ਦੀ ਸੇਵਾ ਕਰਕੇ। ਹੁਣ ਇਹ 100-150 ਸਾਲ ਬਾਅਦ ਜਦੋਂ ਤੋਂ ਸੋਨਾ ਲੱਗਾ ਹੋਵੇਗਾ, ਉਹਦੇ ਬਾਅਦ ਅੱਜ ਸਵਾਲ ਕੀਤਾ ਜਾ ਰਿਹਾ ਸੋਨਾ ਕਿਉਂ ਲੱਗਾ ਹੈ ਜਾਂ ਕਿਉਂ ਲਾਇਆ ਜਾ ਰਿਹਾ ਹੈ। ਜਿੱਥੇ ਪ੍ਰੇਮ ਹੁੰਦਾ ਉੱਥੇ ਹਿਸਾਬ ਕਿਤਾਬ ਨਹੀਂ ਹੁੰਦਾ, ਇਹ ਤਾਂ ਗੱਲ ਪੱਕੀ। ਹੁਣ ਆਪਣੇ ਤੋਂ ਘਰ ਦੇ ਵਿੱਚ ਕੋਈ ਬੰਦਾ ਆਣ ਕੇ ਸਾਨੂੰ ਬਾਹਰੋਂ ਕਵੇ ਮੈਨੂੰ ਉਧਾਰੇ 2 ਲੱਖ ਰੁਪਈਆ ਦੇ ਜਾਂ 5 ਲੱਖ ਰੁਪਈਆ ਦੇ, ਆਪਾਂ ਕਦੀ ਵੀ ਨਹੀਂ ਦਿੰਦੇ। ਜਿਹੋ ਜਿਹਾ ਮਾਹੌਲ ਚੱਲ ਰਿਹਾ, ਮੋਦੀ ਨੇ ਜਿੱਦਾਂ ਲੋਕਾਂ ਦਾ ਲਹੂ ਪੀਤਾ ਵਾ, ਗਾਂ ਆਸ ਵੀ ਨਹੀਂ ਆ ਵੀ ਮੁੜਨਗੇ, ਕਦੀ ਵੀ ਨਹੀਂ ਦਿੰਦੇ। ਉਹੀ ਸਾਡਾ ਬੱਚਾ ਆਣ ਕੇ ਸਾਨੂੰ ਕਵੇ ਮੈਂ ਵਿਦੇਸ਼ ਦੇ ਵਿੱਚ ਜਾਣਾ ਵਾ, ਏਜੰਟ ਨੂੰ 10 ਲੱਖ ਦੇਣਾ, ਅਸੀਂ ਕਰਜ਼ਾ ਚੁੱਕਣ ਨੂੰ ਵੀ ਤਿਆਰ ਆ। ਪ੍ਰੇਮ ਜਿਹਨੂੰ ਸਮਝ ਲਿਆ ਨਾ ਵੀ ਮੇਰਾ ਵਾ, ਉੱਥੇ ਹਿਸਾਬ ਕਿਤਾਬ ਨਹੀਂ ਹੁੰਦੇ। ਇੱਕ ਅੰਗਰੇਜ਼ ਸੱਜਣ ਦੀ ਤੁਸੀਂ ਕਹਾਣੀ ਸੁਣੀ ਹੋਊਗੀ ਨਾ, ਉਹਦੇ ਵਿਕਲਾਂਗ ਲੜਕੀ ਪੈਦਾ ਹੋਈ ਸੀ, ਪੋਲੀਓ ਸੀ, ਲੜਕੀ ਦੇ ਸਰੀਰ ਨਹੀਂ ਸੀ ਚੱਲਦਾ, ਹੱਥ ਪੈਰ, ਅਮੀਰ ਬਹੁਤ ਸੀ। ਹੁਣ ਗੱਲ ਕੀ ਆ, ਲਹੂ ਦਾ ਰਿਸ਼ਤਾ ਮੇਰਾ। 52 ਮਿਲੀਅਨ ਡਾਲਰ ਲਾ ਕੇ ਉਹਨੇ ਪਾਰਕ ਬਣਾਇਆ। 52 ਮਿਲੀਅਨ ਡਾਲਰ ਲਾ ਕੇ, 1 ਮਿਲੀਅਨ ਚ ਕਿੰਨੇ ਹੁੰਦੇ? 10 ਲੱਖ। 10 ਲੱਖ ਹੁੰਦਾ 1 ਮਿਲੀਅਨ। 52 ਮਿਲੀਅਨ ਡਾਲਰ ਲਾ ਕੇ ਉਹਨੇ ਪਾਰਕ ਬਣਾਇਆ ਜੀ, ਜਿੱਥੇ ਵਿਕਲਾਂਗ ਬੱਚੇ ਖੇਡ ਸਕਣ, ਝੂਲਿਆਂ ਦਾ ਆਨੰਦ ਮਾਣਨ ਸਕਣ। ਵੀ ਜਿੰਨੇ ਦੁਨੀਆ 'ਚ ਵਿਕਲਾਂਗ ਬੱਚੇ ਆ ਨਾ, ਵੀ ਮੇਰੀ ਬੱਚੀ ਵਿਕਲਾਂਗ ਆ, ਹੱਥ ਪੈਰ ਨਹੀਂ ਚੱਲਦੇ, ਉਹ ਸਾਰੇ ਇੱਥੇ ਆਉਣ, ਉਹ ਆਨੰਦ ਲੈ ਸਕਣ, ਉਹ ਖੁਸ਼ੀ ਮਹਿਸੂਸ ਕਰਨ ਜਿਹੜੀ ਦੂਜੇ ਬੱਚੇ ਜਿਨ੍ਹਾਂ ਦੇ ਹੱਥ ਪੈਰ ਠੀਕ ਆ ਕਰਦੇ। ਹੁਣ ਉਹਨੂੰ ਕਿਸੇ ਨੇ ਪੁੱਛਿਆ, ਤੂੰ ਤੇ ਦੁੱਕੀ ਨਹੀਂ ਸੀ ਕਿਸੇ ਨੂੰ ਦਿੰਦਾ, ਤੇ 52 ਮਿਲੀਅਨ ਡਾਲਰ ਖਰਚਤਾ। ਕਹਿੰਦਾ ਮੇਰੀ ਬੱਚੀ ਹੈ, ਮੈਂ ਪੈਸੇ ਕਿੱਥੇ ਖੜਦੇ। ਇਹਦਾ ਮਤਲਬ ਕਿ ਜਿੱਥੇ ਮੇਰਾ ਵਾ ਨਾ, ਵੀ ਇਹ ਮੇਰੇ ਆ, ਇਹ ਮੇਰਾ ਵਾ, ਉੱਥੇ ਅਸੀਂ ਹਿਸਾਬ ਕਿਤਾਬ ਨਹੀਂ ਕਰਦੇ, ਤੇ ਜਿਹਨੂੰ ਅਸੀਂ ਆਪਣਾ ਨਹੀਂ ਸਮਝਦੇ ਉਹਦੇ ਨਾਲ ਸਾਡੇ ਹਿਸਾਬ ਕਿਤਾਬ ਚੱਲਦੇ ਆ। ਜਦੋਂ ਅਸੀਂ ਗੁਰੂ ਨੂੰ ਆਪਣਾ ਸਮਝਦੇ ਹਾਂ, ਫੇਰ ਹਿਸਾਬ ਕਿਤਾਬ ਮੁੱਕ ਜਾਂਦੇ ਉੱਥੇ। ਫਿਰ ਇਹ ਚੇਤਾ ਹੀ ਨਹੀਂ ਰਹਿੰਦਾ ਵੀ ਸੋਨਾ ਲਾਤਾ ਵਾ, ਜਾਂ ਰਮਾਲੇ ਚੜ ਰਹੇ, ਜਾਂ ਮੱਥੇ ਟਿਕ ਰਹੇ ਆ, ਜਾਂ ਪਰਿਕਰਮਾ ਹੋ ਰਹੀ ਆ, ਜਾਂ ਗੁਰਦੁਆਰਿਆਂ ਦੀ ਸੇਵਾ ਹੋ ਰਹੀ ਆ, ਜਾਂ ਹਸਪੀਟਲ ਬਣ ਰਹੇ ਆ ਸੰਗਤ ਦੀ ਸੇਵਾ ਵਾਸਤੇ। ਇਹੀ ਤੇ ਫਰਕ ਆ ਨਾ। ਤਾਂ ਚਲੋ ਵਿਸ਼ਾ ਥੋੜਾ ਜਿਹਾ ਲੰਬਾ ਹੋਈ ਜਾ ਰਿਹਾ ਹੈ। ਪਰਮੇਸ਼ਰ ਕਿਹੜੀ ਵਸਤੂ ਦਾ ਫਲ ਦਿੰਦਾ ਹੈ? ਜਿਹੜੀ ਢਿੱਡ ਦੀ ਭੁੱਖ ਆ। ਉੱਤੋਂ ਕਹਿਣ ਦੇ ਨਾਲ ਰੱਬ ਨਹੀਂ ਠੱਗਿਆ ਜਾਂਦਾ। ਮੋਮੜੀਆਂ ਗੱਲਾਂ, ਮੂੰਹ ਮਿੱਠੀਆਂ ਗੱਲਾਂ ਕਰਨ ਦੇ ਨਾਲ, ਮੋਮਨ ਠੱਗੀਆਂ ਗੱਲਾਂ ਕਰਨ ਦੇ ਨਾਲ ਰੱਬ ਨਹੀਂ ਠੱਗਿਆ ਜਾਂਦਾ। ਉਹ ਸਭ ਕੁਝ ਜਾਣਦਾ ਹੈ, ਕਿਹਦੇ ਅੰਦਰ ਕੀ ਚੱਲਦਾ ਪਿਆ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਇਹਨੂੰ ਕਹਿੰਦੇ ਸਰਬੰ ਗਿਆਤਾ, ਸਭ ਪਤਾ। ਐਸਾ ਵਾਹਿਗੁਰੂ ਪਰਮੇਸ਼ਰ ਸਰਬੰ ਭਾਨੇ। ਇਸੇ ਤਰ੍ਹਾਂ ਭਾਨੇ ਨਾਮ ਹੁੰਦਾ ਪ੍ਰਕਾਸ਼ ਦੇਣ ਵਾਲੇ ਦਾ, ਜਿਹੜਾ ਸਭ ਨੂੰ ਪ੍ਰਕਾਸ਼ ਦੇ ਰਿਹਾ ਹੈ, ਜਿਹਦੀ, ਜਾਂ ਫਿਰ ਇਹਦਾ ਸੌਖਾ ਜਿਹਾ ਅਰਥ, ਜਿਹਦੀ ਜੋਤ ਹਰ ਇੱਕ ਦੇ ਵਿੱਚ ਚਾਨਣ ਕਰਦੀ ਪਈ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਹਰੇਕ ਦੇ ਅੰਦਰ ਜਿਹਦੀ ਜੋਤ ਪ੍ਰਕਾਸ਼ ਦੀ ਪਈ ਹੈ, ਆਤਮ ਸੱਤਾ ਹਰੇਕ ਦੇ ਅੰਦਰ ਬੈਠੀ ਹੋਈ ਹੈ, ਜਿਹੜਾ ਸਭ ਨੂੰ ਪ੍ਰਕਾਸ਼ਣ ਵਾਲਾ ਹੈ, ਸਭ ਨੂੰ ਜਾਣਨ ਵਾਲਾ ਹੈ, ਤੇ ਜਿਹਦੀ ਜੋਤ ਹਰ ਜਗ੍ਹਾ ਪ੍ਰਕਾਸ਼ ਰਹੀ ਹੈ ਬੈਠੀ। ਇੱਦਾਂ ਭਾਨ ਦੇਣ ਵਾਲਾ, ਪ੍ਰਕਾਸ਼ਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਜੀ ਹਨ। ਸਰਬੰ ਮਾਨੇ। ਤੇ ਜਿਹਨੂੰ ਸਾਰੇ ਮੰਨਦੇ ਆ, ਸਰਬੰਗ ਮੈਨੇ ਸਾਰੇ, ਅਖੀਰ ਮੰਨਣਾ ਹੀ ਪੈਂਦਾ ਹੈ। ਜਿਹੜਾ ਸਭ ਤੋਂ ਵੱਡਾ ਹੈ, ਤਾਕਤਵਰ ਹੈ, ਸ਼੍ਰੋਮਣੀ ਹੈ, ਜਿਹਦੇ ਵਿੱਚ ਸੰਪੂਰਨ ਗੁਣ ਹਨ। ਜਿਵੇਂ ਸ਼੍ਰੀ ਮਦ ਵਾਲਮੀਕ ਰਾਮਾਇਣ ਦੇ ਵਿੱਚ ਬੜਾ ਸੋਹਣਾ ਸਵਾਲ ਕੀਤਾ ਗਿਆ ਹੈ। ਕੀ ਸਵਾਲ ਕੀਤਾ ਗਿਆ ਹੈ? ਸਰਬੰਗ ਭਾਨੇ ਸਰਬੰਗ ਮਾਨੇ। ਚਲੋ ਸਰਬੰਗ ਮਾਨੇ ਦਾ ਪਹਿਲਾਂ ਵਿਸਥਾਰ ਕਰ ਲੈਂਦੇ।
ਜਿਹਨੂੰ ਸਾਰੇ ਮੰਨਦੇ ਆ, ਜਿੰਨੀਆਂ ਵੀ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੇ, ਸ਼ਕਤੀਆਂ ਨੇ, ਦੇਵੀ ਦੇਵਤੇ ਨੇ, ਸਭ ਝੁਕਦੇ ਨੇ। ਹਰ ਜੇਠ ਜੁੜਨ ਦਾ ਲੋੜੀਆ ਜਿਸ ਅੱਗੇ ਸਭ ਨਿਵਾਨ। ਉਹ ਕੌਣ ਆ? ਪਰਮੇਸ਼ਰ ਵਾਹਿਗੁਰੂ, ਸਭ ਦਾ ਪੂਜਨੀਕ, ਸਤਿਕਾਰਯੋਗ, ਮਾਨਨੀਏ, ਜਿਹਦੇ ਵਿੱਚ ਸਭ ਤੋਂ ਵੱਧ ਗੁਣ ਨੇ। ਗਿਆਨ 'ਚ ਵੀ ਪੂਰਾ, ਵਿਰਾਗ 'ਚ ਵੀ ਪੂਰਾ, ਪਦਾਰਥਾਂ ਵਿੱਚ ਵੀ ਪੂਰਾ। ਬੰਦੇ ਦੇ ਵਿੱਚ ਗਿਆਨ ਹੁੰਦਾ ਪਰ ਥੋੜਾ ਜਿਹਾ। ਪਰਮੇਸ਼ਰ 'ਚ ਸੰਪੂਰਨ ਗਿਆਨ ਹੁੰਦਾ, ਹਰ ਚੀਜ਼ ਸੰਪੂਰਨ ਹੁੰਦੀ। ਇਸੇ ਕਰਕੇ ਕਹਿੰਦੇ ਨਾ, ਖਟ ਭਗਾ ਸੰਪੰਨ ਜੋ ਤਾਹੇ ਕਹਿਤ ਭਗਵਾਨ। ਜਿਹ 'ਚ ਖਟ ਗੁਣ ਪੂਰੇ ਆ। ਹੁਣ ਬੰਦੇ 'ਚ ਗਿਆਨ ਤੇ ਹੈ ਪਰ ਥੋੜਾ, ਇੰਨਾ ਨਹੀਂ। ਇੱਕ ਹਿੱਸਾ ਹੀ ਆ। ਦਿਮਾਗ ਦੇ ਦੋ ਹਿੱਸੇ ਆ ਨਾ ਆਪਣੇ, ਇੱਕ ਚੇਤਨ ਤੇ ਇੱਕ ਅਵਚੇਤਨ। ਜਦੋਂ ਆਪਾਂ ਜਾਗਦੇ ਪਏ ਆ ਤਾਂ ਹੁਣ ਸਾਡਾ ਚੇਤਨ ਕੌਨਸ਼ੀਅਸ ਮਾਈਂਡ ਕੰਮ ਕਰਦਾ ਪਿਆ। 9 ਹਿੱਸੇ ਸੁੱਤਾ ਪਿਆ ਵਾ, ਇੱਕ ਹਿੱਸਾ ਹੀ ਜਾਗਦਾ ਪਿਆ। ਹੁਣ ਇੱਕ ਹਿੱਸੇ 'ਚ ਨੌਲੇਜ ਆ, ਗਿਆਨ ਆ। ਮੰਨ ਲਓ ਅਸੀਂ ਕੋਈ ਕਿਤਾਬ ਪੜ੍ਹੀ ਵੀ ਕਾਮ ਕ੍ਰੋਧ ਮਾੜਾ ਹੈ, ਇਹ ਗਿਆਨ ਕਿੱਥੇ ਆ? ਇੱਕ ਹਿੱਸੇ 'ਚ। ਪਰ 9 ਹਿੱਸੇ ਜਿਹੜਾ ਮਨ ਸਾਡਾ ਅਜੇ ਜਾਗਿਆ ਨਹੀਂ ਨਾ, ਸੁੱਤਾ ਪਿਆ, ਉਹਦੇ ਵਿੱਚ ਕਾਮ ਕ੍ਰੋਧ ਬੈਠਾ ਹੋਇਆ। ਇੱਕ ਹਿੱਸੇ ਨੇ ਪੜ੍ਹ ਲਿਆ ਵੀ ਇਹ ਮਾੜਾ ਵਾ, ਪਰ ਜਦੋਂ ਸਮਾਂ ਆਉਂਦਾ ਫਿਰ ਉਹ 9 ਹਿੱਸੇ ਮਾਰਦੇ ਨਾ ਹਲਾਰਾ। ਉਹ ਜਿਹੜਾ ਪੜ੍ਹਿਆ ਸੀ ਨਾ ਕਿਤਾਬਾਂ 'ਚ ਕਾਮ ਕ੍ਰੋਧ ਮਾੜਾ, ਉਹ ਚੇਤੇ ਵੀ ਨਹੀਂ ਰਹਿੰਦਾ ਜਦੋਂ ਗੁੱਸਾ ਆਉਂਦਾ, ਜਦੋਂ ਲੋਭ ਪੈਦਾ ਹੁੰਦਾ। ਕਿਉਂ? 9 ਹਿੱਸੇ ਉਹ ਪਹਿਲਾਂ ਅੰਦਰ ਬੈਠਾ ਹੋਇਆ, ਇੱਕ ਹਿੱਸਾ ਕੀ ਕਰ ਲੂਗਾ ਉੱਥੇ? ਜਿਵੇਂ ਧਾਰਮਿਕ ਗ੍ਰੰਥਾਂ ਵਿੱਚ ਤ੍ਰਿਦਾ ਹੰਕਾਰ ਮੰਨਿਆ। ਤ੍ਰਿਦਾ ਹੰਕਾਰ, 3 ਤਰ੍ਹਾਂ ਦਾ ਹੰਕਾਰ। ਜਿਹੜਾ ਤ੍ਰਿਦਾ ਹੰਕਾਰ ਮੰਨਿਆ ਧਾਰਮਿਕ ਗ੍ਰੰਥਾਂ ਵਿੱਚ, ਸਤੋਗੁਣੀ ਤ੍ਰਿਦਾ ਮੈਨੇ 3 ਤਰ੍ਹਾਂ ਦਾ। ਸਤੋਗੁਣੀ ਹੰਕਾਰ ਤੋਂ ਕੌਣ ਪੈਦਾ ਹੋਏ? ਬ੍ਰਹਮਾ ਜੀ। ਰਜੋਗੁਣੀ ਹੰਕਾਰ ਦੇ ਅਭਿਮਾਨੀ ਕੌਣ ਹਨ? ਭਗਵਾਨ ਵਿਸ਼ਨੂੰ। ਤਮੋਗੁਣੀ ਹੰਕਾਰ ਦੇ ਅਭਿਮਾਨੀ ਕੌਣ ਹਨ? ਭਗਵਾਨ ਸ਼ਿਵ। ਤ੍ਰਿਦਾ ਹੰਕਾਰ। ਸਤੋਗੁਣ ਸੰਸਾਰ ਪੈਦਾ ਕੀਤਾ, ਰਜੋਗੁਣ ਤੋਂ ਪਾਲਣਾ, ਤੇ ਤਮੋਗੁਣ ਤੋਂ ਭਗਵਾਨ ਸ਼ਿਵ ਖਤਮ ਕਰਤਾ। ਤਾਂ ਜਦੋਂ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਬਣਾਈ ਤਾਂ ਸਭ ਤੋਂ ਪਹਿਲਾਂ ਮਾਇਆ ਤੋਂ ਕੀ ਪੈਦਾ ਕੀਤਾ? ਤ੍ਰਿਦਾ ਹੰਕਾਰ। ਇਹਦਾ ਮਤਲਬ ਜਿਹੜਾ ਹੰਕਾਰ ਸਭ ਤੋਂ ਪਹਿਲਾਂ ਪੈਦਾ ਹੋਇਆ। ਇਸੇ ਕਰਕੇ ਕਾਮ ਨੂੰ ਜਿੱਤ ਸਕਦੇ, ਕ੍ਰੋਧ ਨੂੰ ਜਿੱਤ ਸਕਦੇ, ਲੋਭ ਨੂੰ ਜਿੱਤ ਸਕਦੇ, ਮੋਹ ਨੂੰ ਜਿੱਤ ਸਕਦੇ, ਪਰ ਹੰਕਾਰ ਨੂੰ ਨਹੀਂ। ਇਹਨਾਂ ਤੋਂ ਗੁਰੂ ਕਿਰਪਾ ਕਰਕੇ ਬਚਾਵੇ। ਕਿਉਂ? ਸ੍ਰਿਸ਼ਟੀ ਦੀ ਉਤਪੱਤੀ ਤੋਂ ਪਹਿਲਾਂ ਜਿਹੜੀ ਚੀਜ਼ ਬਣੀ ਉਹ ਹੰਕਾਰ ਆ। ਤ੍ਰਿਦਾ ਹੰਕਾਰ ਉਹਨੂੰ ਕਿਹਾ ਜਾਂਦਾ। ਇਸੇ ਕਰਕੇ ਮਹਾਰਾਜ ਅੱਗੇ ਅਰਦਾਸ ਕਰਨੀ ਪੈਂਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਹਾਰਾਜ ਕਿਰਪਾ ਕਰਕੇ ਦੂਰ ਕਰਦੇ ਕਰਦੇ, ਨਹੀਂ ਤੇ ਕਿਸੇ ਦੇ ਵੱਸ ਦੀ ਗੱਲ ਨਹੀਂ। ਜੇ ਆਪਾਂ ਪੜ੍ਹ ਵੀ ਲਿਆ ਵੀ ਕਾਮ ਮਾੜਾ ਹੈ, ਪਰਾਈ ਇਸਤਰੀ ਦੀ ਸੰਗਤ ਮਾੜੀ ਹੈ, ਤੇ ਉਹ ਤੇ ਇੱਕ ਹਿੱਸੇ 'ਚ ਹੀ ਆ। ਜਿਹੜਾ 9 ਹਿੱਸੇ ਸਾਡਾ ਦਿਮਾਗ ਅਨਕੌਂਸ਼ੀਅਸ ਆ, ਅਵਚੇਤਨ ਮਨ, ਉਹਦੇ ਵਿੱਚ 9 ਹਿੱਸੇ ਕੀ ਬੈਠਾ ਕਾਮ, 9 ਹਿੱਸੇ ਕੀ ਬੈਠਾ ਕ੍ਰੋਧ, 9 ਹਿੱਸੇ ਕੀ ਬੈਠਾ ਲੋਭ। ਤੇ ਜਦੋਂ ਅਸੀਂ ਇੱਕ ਹਿੱਸੇ 'ਚ ਪੜ੍ਹ ਲਿਆ ਵੀ ਪੈਸੇ ਮਾੜੇ ਆ ਕਿਸੇ ਦੇ, ਦੂਜੇ ਦੇ ਚੁੱਕਣੇ, ਪਰ ਜਦੋਂ 9 ਹਿੱਸੇ ਨੇ ਜ਼ੋਰ ਮਾਰਿਆ, ਇਹ ਚੇਤਾ ਹੀ ਨਹੀਂ ਰਹਿੰਦਾ ਵੀ ਕੀ ਪੜ੍ਹਿਆ ਸੀ, ਕੀ ਸੁਣਿਆ ਸੀ। ਇਸੇ ਕਰਕੇ ਕਹਿੰਦੇ ਨਾ ਵੀ ਗੁਰੂ ਕਿਰਪਾ ਕਰੇ ਮਨ ਵਸਾਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਕਾਮ ਕ੍ਰੋਧ ਅਰ ਲੋਭ ਉਹ ਬਿਨਸ ਜਾਏ ਹੰਗਬੇਬ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ। ਕਿਉਂ? 9 ਹਿੱਸੇ। ਕਾਮ ਕ੍ਰੋਧ ਕਾ ਚੋਲੜਾ ਸਭ ਗੱਲ ਪਾਏ ਆਏ। ਜਿੰਨੇ ਕਾਮ ਕ੍ਰੋਧ ਜਿਹੜਾ ਨਾ 9 ਹਿੱਸੇ ਬੈਠਾ ਹੋਇਆ, ਗੁਰੂ ਕੱਢੇ ਤੇ ਨਿਕਲਣਗੇ, ਨਹੀਂ ਤੇ ਨਹੀਂ ਨਿਕਲਣਗੇ। ਚਲੋ ਇਸ ਪਾਸੇ ਵਿਸਥਾਰ ਜ਼ਿਆਦਾ ਹੋਈ ਜਾਂਦਾ ਹੈ। ਜਿਹਦੇ ਵਿੱਚ ਸਾਰੇ ਗੁਣ ਨੇ। ਗੁਰੂ ਮਹਾਰਾਜ ਦੇ ਵਿੱਚ ਕਿੰਨੇ ਗੁਣ ਨੇ? ਜਿਵੇਂ ਸ਼੍ਰੀ ਮੱਧ ਵਾਲਮੀਕ ਰਾਮਾਇਣ ਦੇ ਵਿੱਚ ਬੜਾ ਸੁੰਦਰ ਜ਼ਿਕਰ ਆਉਂਦਾ ਹੈ। ਉਹ ਲਿਖਦੇ ਨੇ, ਇਸ ਸੰਸਾਰ ਦੇ ਵਿੱਚ ਗੁਣਵਾਨ ਵਾਨਕਸ਼ਚ ਵੀਰੇਵਾਨ ਧਰਮਗਸ਼ਚ ਧਰਮਗਯਸ਼ ਕ੍ਰਿਤਯਸ਼ ਸਤਿ ਵਾਕੋ ਦ੍ਰਿੜ ਵ੍ਰਿਤਾ ਚਰਿਤ੍ਰੇਣ ਚਾ ਕੋ ਯੁਗਤਾ ਸਰਭੂਤੇਸ਼ੂ ਕੋ ਹਿਤਾ ਵਿਦਵਾਨ ਕਾ ਸਮਰਥਸ਼ ਕਸ਼ਚੈਕ ਪ੍ਰਿਯ ਦਰਸ਼ਨਾ ਆਤਮਵਾਨ ਕੋ ਜਿਤ ਕ੍ਰੋਧੋ ਧਿਉਤੀ ਮਾਨ ਕੋ ਅਨਸੂਇਕਾ ਕਸਿਆ ਵਿਭਯਤੀ ਦੇਵਸ਼ ਜਾਤਰੋਸ਼ ਸੰਯੁਗੇ। ਦੁਨੀਆ 'ਚ ਕਿਹੜਾ ਬੰਦਾ ਵਾ ਜਿਹੜਾ ਗੁਣਵਾਨ ਵੀ ਹੋਵੇ?
ਤੇ ਵੀਰੇਵਾਨ ਵੀ ਹੋਵੇ, ਮੈਨੇ ਚਿਹਰੇ ਤੇ ਉਹਦੇ ਤੇਜ ਪ੍ਰਤਾਪ ਵੀ ਹੋਵੇ ਸੂਰਜ ਵਰਗਾ। ਕਿਉਂ ਵੀਰਜ ਦੇ ਨਾਲ ਤੇਜ ਪ੍ਰਤਾਪ ਵੱਧਦਾ ਹੈ। ਧਰਮੀ ਵੀ ਹੋਵੇ, ਕ੍ਰਿਤ ਘਣ ਨਾ ਹੋਵੇ, ਸਤਵਾਦੀ ਹੋਵੇ, ਦ੍ਰਿੜ ਵਰਤ ਹੋਵੇ, ਨਿਤਨੇਮ ਆਪਣੀਆਂ ਮਰਿਆਦਾ ਦਾ ਪੱਕਾ ਹੋਵੇ, ਅਨੇਕਾਂ ਤਰ੍ਹਾਂ ਦੇ ਚਰਿੱਤਰਾਂ ਵਾਲਾ ਹੋਵੇ, ਪ੍ਰਾਣੀ ਮਾਤਰ ਦਾ ਹਤੈਸ਼ੀ ਹੋਵੇ, ਫਿਰ ਵਿਦਵਾਨ ਵੀ ਹੋਵੇ, ਸਮਰੱਥ ਵੀ ਹੋਵੇ, ਅਤ ਸੋਹਣਾ ਹੋਵੇ, ਜਿਵੇਂ ਕਲਗੀਧਰ ਮਹਾਰਾਜ, ਅਤ ਸੋਹਣਾ ਹੋਵੇ, ਧੀਰੇਵਾਨ ਹੋਵੇ, ਕ੍ਰੋਧ ਨੂੰ ਜਿੱਤਣ ਵਾਲਾ ਹੋਵੇ, ਤੇਜਸਵੀ ਹੋਵੇ, ਈਰਖਾ ਤੋਂ ਸ਼ੁੰਨ ਹੋਵੇ। ਇੰਨੇ ਗੁਣ ਕਿਸੇ ਬੰਦੇ 'ਚ ਹੈ। ਇਹ ਵਾਲਮੀਕ ਜੀ ਨੇ ਸਵਾਲ ਕੀਤਾ ਨਾਰਦ ਮੁਨੀ, ਇੰਨੇ ਗੁਣ ਕਿਸੇ 'ਚ ਹੈ ਤੇ ਦੱਸੋ। ਕਹਿੰਦੇ ਉਹਨੂੰ ਸਿਰ ਝੁਕਾਵਾਂਗੇ। ਤਾਂ ਕਿ ਉਹ ਨਾਰਦ ਮੁਨੀ ਹੱਸ ਪਿਆ, ਕਹਿੰਦਾ ਛੱਡਿਆ ਕਿਹੜਾ ਸੀ। ਉਹ ਕਹਿੰਦੇ ਵੀ ਇੰਨੇ ਗੁਣ ਜਿਹੜੇ ਨੇ ਉਹ ਕਿਸੇ ਬੰਦੇ 'ਚ ਨਹੀਂ ਹੁੰਦੇ, ਉਹ ਸਿਰਫ ਈਸ਼ਵਰ 'ਚ ਹੁੰਦੇ। ਇੰਨੇ ਗੁਣ ਕਿਹਦੇ 'ਚ ਨੇ? ਈਸ਼ਵਰ 'ਚ। ਆਪਾਂ ਪੜ੍ਹਦੇ ਆ ਨਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਇੰਨੇ ਗੁਣ ਸਿਰਫ ਪਰਮਾਤਮਾ 'ਚ ਹੋ ਸਕਦੇ। ਇਸ ਕਰਕੇ ਪਰਮਾਤਮਾ ਸਾਰਿਆਂ ਦਾ ਮਾਨਨੀय ਹੈ। ਬਾਕੀਆਂ 'ਚ ਨੇ ਗੁਣ ਪਰ ਥੋੜੇ ਥੋੜੇ। ਸੰਪੂਰਨ ਗੁਣ ਕਿਹਦੇ 'ਚ ਨੇ? ਉਹ ਈਸ਼ਵਰ ਦੇ ਵਿੱਚ ਨੇ। ਜਿਵੇਂ ਇਸਲਾਮ ਧਰਮ ਦੀਆਂ ਕਿਤਾਬਾਂ 'ਚ ਲਿਖਿਆ ਵੀ ਯੂਸਫ ਨਾਮੇ ਮਿਸਰ ਦਾ ਪਾਤਸ਼ਾਹ ਸਭ ਤੋਂ ਸੋਹਣਾ ਸੀ। ਉਹ ਸਹਿਜ ਸੁਭਾਅ ਜਦੋਂ ਤਿਆਰ ਹੋ ਕੇ ਆਪਣੇ ਮਹਿਲ 'ਚੋਂ ਦਰਬਾਰ ਨੂੰ ਜਾਂਦਾ ਤੇ ਉਹਦੀ ਸੁੰਦਰਤਾ ਦੇਖ ਕੇ ਸਬਜ਼ੀ ਭਾਜੀ ਕੱਟਦੀਆਂ ਦਾਸੀਆਂ, ਨੌਕਰਾਣੀਆਂ, ਮਟਿਆਰਾਂ ਆਪਣੀਆਂ ਉਂਗਲਾਂ ਵੱਢ ਬਹਿੰਦੀਆਂ। ਏਡਾ ਸੋਹਣਾ ਚੇਤਾ ਭੁੱਲ ਜਾਂਦਾ, ਉਂਗਲਾਂ ਹੀ ਵੱਢ ਬਹਿੰਦੀਆਂ। ਯੂਸਫ ਦੀ ਸੁੰਦਰਤਾ ਉਹਨਾਂ ਦਾਸੀਆਂ ਨੂੰ ਚਕਿਤ ਕਰ ਦਿੰਦੀ। ਤੇ ਕਮਾਲ ਦੀ ਗੱਲ, ਆਪਣੀਆਂ ਉਂਗਲਾਂ ਵੱਢ ਕੇ ਵੀ ਉਹ ਦੁੱਖ ਨਾ ਚਿਤਾਰਦੀਆਂ, ਇੰਨਾ ਚਿੱਤ ਉਹਦੇ ਵਿੱਚ ਖੁੱਭ ਜਾਂਦਾ। ਇਹ ਤਾਂ ਇਸਲਾਮ ਧਰਮ ਦੀ ਗੱਲ ਹੈ। ਜਦੋਂ ਖਾਲਸੇ ਪੰਥ ਦੀ ਤਵਾਰੀਖ ਪੜ੍ਹਦੇ ਆ ਤਾਂ ਕਹਿੰਦੇ ਸੋਚਣ ਤੇ ਤੁਸੀਂ ਮਜਬੂਰ ਹੋ ਜਾਓਗੇ ਵੀ ਯੂਸਫ ਦੀ ਸੁੰਦਰਤਾ ਦਾਸੀਆਂ ਦੇ ਹੱਥਾਂ ਤੇ ਚਾਕੂ ਫਰਾ ਦਿੰਦੀਆਂ ਸੀ, ਪਰ ਕਲਗੀਧਰ ਦੀ ਕਿੱਡੀ ਸੁੰਦਰਤਾ ਹੋਵੇਗੀ। ਕਿੰਨੇ ਸੋਹਣੇ ਹੋਣਗੇ ਵੀ ਜਿਨ੍ਹਾਂ ਦੀ ਖੂਬਸੂਰਤੀ ਨੂੰ ਦੇਖ ਕੇ ਭਾਈ ਮਨੀ ਸਿੰਘ ਬੰਦ ਕਟਾ ਗਿਆ। ਤੇ ਸੀ ਨਹੀਂ ਮੁੱਖੋਂ ਉਚਾਰੀ। ਇਹ ਹੁਣ ਮੰਨਣ 'ਚ ਆ ਸਕਦੀ ਜੇ ਦੁਨਿਆਵੀ ਤੌਰ ਤੇ ਦੇਖੀਏ, ਇੰਨਾ ਦੁੱਖ ਹੋਵੇ ਤੇ ਸੀ ਨਾ ਮੁੱਖ 'ਚੋਂ ਨਿਕਲੇ। ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲਵਾ ਲਈ, ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਰੱਖੀ ਬਿਸਤੇ। 40 ਸਿੰਘ 10 ਲੱਖ ਨਾਲ ਲੜਦੇ, ਬੇਅੰਤੀ ਚਰਖੜੀਆਂ ਤੇ ਚੜੇ ਨੇ ਤੇ ਅੱਜ ਤੱਕ ਸ਼ਹੀਦ ਹੋ ਰਹੇ ਨੇ, ਹੁਣ ਵੀ ਸ਼ਹੀਦੀਆਂ ਪਾ ਰਹੇ। ਤਾਂ ਕਲਗੀਧਰ ਸਰਬ ਗੁਣ ਸੰਪੰਨ ਈਸ਼ਵਰ ਦਾ ਸਰੂਪ ਮੰਨੇ ਜਾਂਦੇ ਆ। ਇਸੇ ਕਰਕੇ ਮਹਾਰਾਜ ਜੀ ਕੀ ਕਹਿੰਦੇ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਪੋਏ ਗਿਰ ਪਰਾ ਪਰਾ ਕਲੇਜੇ ਛੇਕ ਜਾਂ ਆਬਾ ਅਭੰਗ। ਐਸੀ ਸੁੰਦਰਤਾ ਜਿਹੜੀ ਭੰਗ ਹੀ ਨਹੀਂ ਹੋ ਸਕਦੀ। ਤਾਂ ਸਰਬੰ ਮਾਨੇ, ਸਾਰੇ ਉਹਨਾਂ ਨੂੰ ਕਿਉਂ ਮੰਨਦੇ ਨੇ? ਕਿਉਂਕਿ ਉਹਨਾਂ ਵਿੱਚ ਉਹ ਗੁਣ ਨੇ ਜਿਹੜੇ ਸੰਸਾਰ ਵਿੱਚ ਕਿਸੇ ਵਿੱਚ ਵੀ ਨੇ। ਥੋੜੇ ਥੋੜੇ ਨੇ, ਕਿਸੇ 'ਚ ਸੁੰਦਰਤਾ ਪਰ ਇੰਨੀ ਥੋੜੀ ਹੈ। ਕੋਈ ਵਿਦਵਾਨ ਹੋ ਸਕਦਾ ਪਰ ਏਡਾ ਥੋੜੀ ਹੈ। ਕੋਈ ਸੂਰਮਾ ਹੈ ਪਰ ਕਲਗੀਧਰ ਜਿੱਡਾ ਥੋੜੀ ਹੈ। ਕੋਈ ਬੁੱਧੀਮਾਨ ਹੋ ਸਕਦਾ ਪਰ ਕਲਗੀਧਰ ਜਿੱਡਾ ਨਹੀਂ। ਕੋਈ ਤਪਸਵੀ ਹੋ ਸਕਦਾ ਵਾ ਪਰ ਏਡਾ ਵੀ ਨਹੀਂ ਆ ਵੀ ਦਵੈਤ ਏਕ ਰੂਪ ਹੋਏ ਗਏ ਉਹ ਇਹ ਬਿਦ ਕਰਤ ਤਪੱਸਿਆ ਪਏ। ਤਾਂ ਇਸ ਕਰਕੇ ਉਹਨਾਂ ਨੂੰ ਸਾਰੇ ਮੰਨਦੇ ਆ ਜੀ। ਜਾਂ ਇਹ ਤਾਂ ਹੋ ਗਿਆ ਸਰਬੰਗ ਮਾਨੇ ਦਾ ਅਰਥ। ਇੱਕ ਰਹਿ ਗਿਆ ਸਰਬੰਗ ਭਾਨੇ। ਪਹਿਲਾਂ ਵੈਸੇ ਤੋਂ ਕਹਿੰਦੀ ਸਰਬੰਗ ਭਾਨੇ, ਜਿਹੜਾ ਸਾਰਿਆਂ ਨੂੰ ਭਾਨੇ ਨਾਮ ਪ੍ਰਕਾਸ਼ ਰਿਹਾ। ਜਿਵੇਂ ਸੂਰਜ ਚੜ੍ਹਦਾ ਤੇ ਵਸਤੂ ਦਾ ਗਿਆਨ ਹੁੰਦਾ, ਇੱਦਾਂ ਸਾਡੇ ਅੰਦਰ ਬੈਠਾ ਕਿਹੜਾ ਗਿਆਨ ਕਰਾਉਂਦਾ ਪਿਆ ਵਾ, ਦੁੱਖ ਦਾ, ਸੁੱਖ ਦਾ, ਖੁਸ਼ੀ ਦਾ, ਗਮੀ ਦਾ ਜਾਂ ਵਿਚਾਰਾਂ ਦਾ। ਸਭ ਤੋਂ ਵੱਡਾ ਧੋਖਾ ਕੀ ਆ? ਵਿਚਾਰਾਂ ਦਾ। ਆਪਾਂ ਕੀ ਸਮਝਦੇ ਹਾਂ ਵੀ ਜਿਹੜੇ ਚੰਗੇ ਬੰਦੇ ਹੁੰਦੇ ਉਹਨਾਂ ਨੂੰ ਮਾੜੇ ਵਿਚਾਰ ਨਹੀਂ ਆਉਂਦੇ। ਵਿਚਾਰ ਮਾੜੇ ਚੰਗੇ ਸਾਰਿਆਂ ਨੂੰ ਹੀ ਆਉਂਦੇ ਆ। ਜਿਵੇਂ ਸਰਾਂ ਦੇ ਵਿੱਚ ਇੱਕ ਸੱਜਣ ਆਉਂਦਾ ਤੇ ਦੂਜਾ ਚਲੇ ਜਾਂਦਾ, ਦੂਜਾ ਚਲੇ ਗਿਆ ਤੇ ਤੀਜਾ ਆ ਗਿਆ। ਇੱਦਾਂ ਜਿਹਦੇ ਸਾਹਮਣੇ ਵਿਚਾਰ ਆਉਂਦੇ ਪਏ ਆ ਮਾੜੇ ਤੇ ਚੰਗੇ, ਉਹ ਕੌਣ ਆ? ਦ੍ਰਿਸ਼ਟਾ, ਸਾਕਸ਼ੀ ਵੀ ਹੁਣ ਮੈਨੂੰ ਆਹ ਵਿਚਾਰ ਆਇਆ, ਹੁਣ ਮੈਨੂੰ ਆਹ ਵਿਚਾਰ ਆਇਆ। ਇਹਨਾਂ ਵਿਚਾਰਾਂ ਨੂੰ ਫੜਨਾ ਨਹੀਂ ਚਾਹੀਦਾ।
ਇਹਨਾਂ ਨੂੰ ਸਿਰਫ ਦੇਖਣ ਵਾਲੇ ਬਣ ਕੇ ਰਹਿਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਤੁਸੀਂ ਦੇਖੋ ਜਿਹੜੇ ਚੰਗੇ ਬੰਦੇ ਆ ਉਹ ਕੀ ਕਰਦੇ ਆ, ਚੰਗੇ ਬੰਦਿਆਂ ਨੂੰ ਸੁਪਨਾ ਚੰਗਾ ਨਹੀਂ ਆਊਗਾ। ਕਿਉਂ? ਉਹ ਆਪਣੇ ਮਾੜੇ ਵਿਚਾਰਾਂ ਨੂੰ ਦੱਬ ਕੇ ਰੱਖਦੇ ਆ ਤੇ ਮਾੜੇ ਵਿਚਾਰਾਂ ਨੂੰ ਉਹ ਸੁਪਨੇ 'ਚ ਭੋਗਦੇ ਆ। ਇੰਨਾ ਫਰਕ ਹੁੰਦਾ ਹੈ। ਅੱਛਾ, ਮਾੜੇ ਬੰਦਿਆਂ ਨੂੰ ਸੁਪਨਾ ਮਾੜਾ ਨਹੀਂ ਆਊਗਾ। ਕਿਉਂ? ਮਾੜੇ ਬੰਦੇ ਸ਼ਰੇਆਮ ਹੀ ਮਾੜੇ ਆ। ਮਾੜੇ ਬੰਦੇ ਸ਼ਰੇਆਮ ਹੀ ਮਾੜੇ, ਉਹਨਾਂ ਨੂੰ ਸੁਪਨਾ ਬਹੁਤ ਚੰਗਾ ਆਊਗਾ। ਕਿਉਂ? ਉਹਨਾਂ ਦੇ ਮਾੜੇ ਵਿਚਾਰ ਜਿਹੜੇ ਉਹ ਸ਼ਰੇਆਮ ਮਾੜੇ ਭੋਗ ਰਹੇ। ਪਰ ਸਾਧੂ ਕੌਣ ਨੇ? ਇਹ ਤੇ ਹੋ ਗਏ ਨਾ ਚੰਗੇ ਮਾੜੇ, ਵੀ ਕਿਸੇ ਨੇ ਚੰਗੇ ਫੜ ਲਏ, ਕਿਸੇ ਨੇ ਮਾੜੇ ਫੜ ਲਏ। ਸਾਧੂ ਕੌਣ ਆ? ਨਾ ਉਹ ਵਿਚਾਰ ਤੇ ਆਈ ਜਾਣੇ ਮਨ 'ਚ ਮੁੜ ਮੁੜ ਕੇ, ਇਹ ਤਾਂ ਚੱਲਦਾ ਰਹਿਣਾ ਕੰਮ। ਉਹ ਨਾ ਮਾੜੇ ਫੜਦੇ ਨੇ ਨਾ ਚੰਗੇ ਫੜਦੇ ਨੇ, ਉਹ ਦ੍ਰਿਸ਼ਟਾ ਹੋ ਜਾਂਦੇ, ਸਾਖਸ਼ੀ ਹੋ ਜਾਂਦੇ, ਦੇਖਣ ਵਾਲੇ। ਜਿਵੇਂ ਦੇਖਣ ਵਾਲਾ ਵਸਤੂ ਤੋਂ ਵੱਖ ਹੁੰਦਾ ਵਾ, ਘੜੇ ਨੂੰ ਦੇਖਣ ਵਾਲਾ ਘੜੇ ਤੋਂ ਵੱਖ ਹੈ, ਟੀਵੀ ਨੂੰ ਵੇਖਣ ਵਾਲਾ ਟੀਵੀ ਤੋਂ ਵੱਖ ਹੈ, ਸੀਨਰੀ ਨੂੰ ਦੇਖਣ ਵਾਲਾ ਸੀਨਰੀ ਤੋਂ ਵੱਖ ਹੈ, ਮੋਬਾਈਲ ਨੂੰ ਦੇਖਣ ਵਾਲਾ ਮੋਬਾਈਲ ਤੋਂ ਵੱਖ ਹੈ। ਉੱਦਾਂ ਉਹ ਮਾੜੇ ਚੰਗੇ ਕੋਈ ਵਿਚਾਰ ਵੀ ਨਹੀਂ ਗ੍ਰਹਿਣ ਕਰਦੇ, ਉਹ ਵੱਖ ਹੋ ਜਾਂਦੇ ਆ। ਤਾਂ ਉਹ ਜਿਹੜਾ ਸਾਡੇ ਅੰਦਰ ਨਾ ਗਿਆਨ ਕਰਾ ਰਿਹਾ ਵਾ ਵੀ ਹੁਣ ਮੈਂ ਸੁੱਖ ਮਹਿਸੂਸ ਕਰ ਰਿਹਾ, ਹੁਣ ਮੈਂ ਦੁੱਖ ਮਹਿਸੂਸ ਕਰ ਰਿਹਾ, ਉਹਨੂੰ ਕੀ ਕਹਿੰਦੇ? ਭਾਨੇ। ਪ੍ਰਕਾਸ਼ਣ ਵਾਲਾ ਸਾਰਿਆਂ ਦੇ ਅੰਦਰ ਬੈਠਾ, ਉਹ ਕੌਣ ਆ? ਵਾਹਿਗੁਰੂ ਪਰਮੇਸ਼ਰ ਜੀ। ਤਾਂ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ। ਸਰਬੰ ਪ੍ਰਾਨੰ, ਸਰਬੰਗ ਪ੍ਰਾਣੰ, ਜਿਹੜਾ ਸਾਰਿਆਂ ਦਾ ਪ੍ਰਾਣ ਸਰੂਪ ਹੈ। ਪ੍ਰਾਣ ਕੀ ਨੇ? ਸਵਾਸ। ਸਵਾਸਾਂ ਉੱਤੇ ਸਾਰੀ ਖੇਡ ਖੜੀ ਹੈ। ਜਦੋਂ ਡਾਕਟਰ ਆਉਂਦਾ ਵਾ, ਬੰਦੇ ਦੀ ਮੌਤ ਚੈੱਕ ਕਰਦਾ ਵੀ ਇਹ ਬੰਦਾ ਮਰ ਚੁੱਕਾ ਕਿ ਨਹੀਂ, ਉਹ ਨਬਜੀ ਦੇਖਦਾ ਨਾ। ਤਾਂ ਪ੍ਰਾਣ ਕੀ ਆ? ਜੀਵਨ ਦਾ ਰੂਪ ਨੇ। ਪ੍ਰਾਣ ਚੱਲਦੇ ਨੇ ਤੇ ਜ਼ਿੰਦਗੀ ਹੈ, ਨਹੀਂ ਤੇ ਡਾਕਟਰਾਂ ਦੁਆਰਾ, ਦੁਨਿਆਵੀ ਵੈਦਾਂ ਦੁਆਰਾ ਮਰਿਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਕਿ ਇਹ ਸੱਜਣ ਮਰ ਚੁੱਕਾ ਹੈ। ਤਾਂ ਵਾਹਿਗੁਰੂ ਕੀ ਆ? ਪ੍ਰਾਣ ਸਰੂਪ, ਸਵਾਸ ਸਰੂਪ, ਜਿਹਦੇ ਦਿੱਤੇ ਹੋਏ ਸਵਾਸ ਨੇ। ਸਵਾਸਾਂ ਦੇ ਵਿੱਚ ਜਿਹੜੀ ਤਾਕਤ ਉਹ ਵਾਹਿਗੁਰੂ ਦੀ, ਇਸ ਕਰਕੇ ਸਾਰਿਆਂ ਦਾ ਪ੍ਰਾਣ ਸਰੂਪ ਕੀ ਹੈ? ਵਾਹਿਗੁਰੂ ਪਰਮੇਸ਼ਰ ਜਿੰਦ ਜਾਨ ਹੈ। ਤਾਂ ਫਰਮਾਉਂਦੇ ਹਨ ਕਲਗੀਧਰ ਸੱਚੇ ਪਾਤਸ਼ਾਹ, ਸਰਬੰ ਤਰਾਨੰ। ਔਰ ਤਰਾਣ ਕਹਿੰਦੇ ਰੱਖਿਆ ਨੂੰ। ਵੈਸੇ ਤਰਾਣ ਅਰਥ ਹੁੰਦਾ ਸੰਜੋ ਦਾ। ਅੱਜ ਕੱਲ੍ਹ ਬੁਲਟ ਪ੍ਰੂਫ ਜੈਕਟਾਂ ਆ ਗਈਆਂ, ਹੋਰ ਵੀ ਬੜੀ ਤਰੱਕੀ ਹੋ ਰਹੀ ਹੈ। ਉਹਨਾਂ ਨੂੰ ਹਲਕੀਆਂ, ਜਿੱਦਾਂ ਆਪਾਂ ਕੱਪੜੇ ਪਾਏ ਨੇ ਇੱਦਾਂ ਹਲਕੀਆਂ ਬਣਦੀਆਂ ਪਈਆਂ। ਜਿੱਦਾਂ ਤੁਸੀਂ ਕੁੜਤਾ ਹੀ ਪਾਓ ਇੱਦਾਂ ਹੀ ਉਹ ਕੱਪੜਾ ਬਣਾਉਂਦੇ ਪਏ ਨੇ ਵੀ ਇੰਨਾ ਹਲਕਾ ਹੋ ਜੇ। ਜਾਂ ਸੁਪਰ ਕੌਪ ਬਣ ਰਹੇ ਨੇ, ਜਿੱਦਾਂ ਦੇ ਤੁਸੀਂ ਫਿਲਮਾਂ 'ਚ ਦੇਖੇ ਹੋਣਗੇ ਵੀ ਉਹਨਾਂ ਦੇ ਗੋਲੀਆਂ ਦਾ ਅਸਰ ਨਹੀਂ ਹੁੰਦਾ। ਇਹ ਨਹੀਂ, ਹਰ ਦੇਸ਼ ਲੱਗਾ ਹੈ ਆਪਦੀ ਫੌਜ ਨੂੰ ਤਗੜਾ ਕਰ। ਤਾਂ ਤਰਾਣ ਕਹਿੰਦੇ ਸੰਜੋ ਨੂੰ। ਸੰਜੋ ਕੀ ਕਰਦੀ ਸੀ? ਰੱਖਿਆ। ਤਲਵਾਰ ਦੇ ਵਾਰ ਤੋਂ, ਤੀਰ ਦੇ ਵਾਰ ਤੋਂ ਰੱਖਿਆ ਕਰਦੀ ਆ, ਸਰੀਰ ਨੂੰ ਬਚਾਉਂਦੀ ਹੈ। ਤਾਂ ਵਾਹਿਗੁਰੂ ਜੀ ਦਾ ਨਾਮ ਕੀ ਆ? ਰੱਖਿਆ ਕਰਨ ਵਾਲਾ। ਜਿਵੇਂ ਆਪਾਂ ਪੜ੍ਹਦੇ ਤਾਤੀ ਵਾਵ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਪਰਮਾਤਮਾ ਦੁੱਖਾਂ ਸੁੱਖਾਂ ਤੋਂ ਰੱਖਿਆ ਕਰਦਾ ਹੈ। ਜਿਹੜੇ ਉਹਦਾ ਸਿਮਰਨ ਕਰਦੇ ਨੇ, ਜਿਹੜੇ ਉਹਦੀ ਭਗਤੀ ਕਰਦੇ ਨੇ, ਜਿਹੜੇ ਉਹਨੂੰ ਜਪਦੇ ਹਨ। ਆਪਾਂ ਪੜ੍ਹਦੇ ਹਾਂ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ। ਗੁਰੂ ਦਾ ਸ਼ਬਦ ਸਾਨੂੰ ਕਾਮ ਕ੍ਰੋਧ ਵਿਕਾਰਾਂ ਤੋਂ, ਆਦੀਆਂ ਵਿਆਧੀਆਂ ਦੁੱਖਾਂ ਤੋਂ, ਸਾਡੀ ਵਿਘਨਾਂ ਤੋਂ ਰੱਖਿਆ ਕਰਦਾ ਹੈ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਕਲਗੀਧਰ ਜੀ ਕਹਿੰਦੇ ਨੇ ਉਸ ਵਾਹਿਗੁਰੂ ਉੱਤੇ ਯਕੀਨ ਰੱਖ ਜਿਨ੍ਹੇ ਮਾਂ ਦੇ ਗਰਭ ਦੇ ਵਿੱਚ ਤੇਰੀ ਰੱਖਿਆ ਕੀਤੀ ਸੀ। ਜਿਨ੍ਹੇ ਮਾਂ ਦੇ ਗਰਭ ਵਿੱਚ, ਜਿੱਥੇ ਬਾਹਰੋਂ ਕੋਈ ਸਹਾਇਤਾ ਨਹੀਂ ਪਹੁੰਚ ਸਕਦੀ, ਸਿਰਫ ਤੂੰ ਰੱਬ ਦੇ ਆਸਰੇ ਤੇ ਸੀ, ਉੱਥੋਂ ਬਾਹਰੋਂ ਕਿਸੇ ਦਾ ਹੱਥ ਨਹੀਂ ਪੈਣਾ। ਜਿਨ੍ਹੇ ਉਸ ਗਰਭ ਦੇ ਵਿੱਚ ਰੱਖਿਆ ਕੀਤੀ, ਉਹੀ ਤੇਰੀ ਰੱਖਿਆ ਇਸ ਸੰਸਾਰ ਦੇ ਵਿੱਚ ਵੀ ਕਰੇਗਾ। ਸਤਿਗੁਰੂ ਜੀ ਕੀ ਫਰਮਾਉਂਦੇ ਨੇ? ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ, ਤਉ ਅਨੇਕ ਨਾ ਲਾਗਨ ਪਾਵੈ। ਰਾਖਤ ਹੈ ਆਪਣੋ ਕਰਦੈ ਕਰ, ਭਾਪ ਸਮੂਹ ਨਾ ਭੇਟਨ ਪਾਵੇ। ਔਰ ਕੀ ਬਾਤ ਕਹਾਂ ਕਹਿ ਤੋਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਗੁਰਮਤ ਦਾ ਥੋੜਾ ਜਿਹਾ ਫਰਕ ਹੈ। ਜਿਹੜੇ ਪੁਰਾਣਾ ਧਰਮ ਆ ਨਾ ਇਸ ਦੇਸ਼ ਦਾ,
ਉਹ ਜਿਹੜੀ ਵੀ ਚੀਜ਼ ਕੱਢਦਾ ਨਾ ਉਹ ਅੱਗ 'ਚੋਂ ਕੱਢਦਾ ਹੈ। ਜਿਵੇਂ ਤੁਸੀਂ ਕਥਾ ਸੁਣੀ ਹੋਵੇਗੀ ਜਾਂ ਗ੍ਰੰਥ ਪੜ੍ਹੇ ਹੋਣਗੇ, ਇਸ ਦੇਸ਼ ਦੇ ਹਵਨ ਕੀਤਾ ਤੇ ਉਹਦੇ ਵਿੱਚੋਂ ਤਰਸ਼ੂਲ ਨਿਕਲਿਆ। ਉੱਦਾਂ ਹੀ ਫਿਰ ਨਾਟਕਾਂ 'ਚ ਉਹ ਵਿਖਾਉਂਦੇ ਆ, ਹਵਨ ਕੀਤਾ ਤੇ ਉਹਦੇ ਵਿੱਚੋਂ ਫਿਰ ਖੰਡਾ ਤੇ ਕਲਗੀਧਰ ਜੀ ਨੇ ਲਿਖਿਆ ਤੇਗ ਨਿਕਲੀ। ਹਵਨ ਕੀਤਾ ਤੇ ਉਹਦੇ ਵਿੱਚੋਂ ਇੱਕ ਪੁੱਤਰ ਨਿਕਲਿਆ ਅੱਗ ਦੇ ਵਿੱਚੋਂ। ਹਵਨ ਕੀਤਾ ਤੇ ਉਹਦੇ ਵਿੱਚ ਇੱਕ ਲੜਕੀ ਨਿਕਲੀ, ਸ਼ਾਇਦ ਦ੍ਰੋਪਦੀ। ਹਵਨ ਕੀਤਾ ਤੇ ਆਹ ਨਿਕਲਿਆ, ਹਵਨ ਕੀਤਾ ਤੇ ਆਹ ਨਿਕਲਿਆ। ਉਹ ਅੱਗ ਨੂੰ ਦੇਵਤਾ ਮੰਨਦੇ, ਅੱਗ ਨੂੰ ਈਸ਼ਵਰ ਮੰਨਦੇ, ਕਿਉਂ ਸੂਰਜ ਚੜ੍ਹਦਾ ਹੈ, ਸੂਰਜ ਉੱਤੇ ਸੰਸਾਰ ਖੜਾ ਹੈ। ਗੁਰਮਤ ਦਾ ਥੋੜਾ ਜਿਹਾ ਫਰਕ ਹੈ। ਗੁਰਮਤ ਨੇ ਨਮੋ ਸੂਰਜ, ਸੂਰਜ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ। ਅੱਗ ਨੂੰ ਵੀ ਜਿਹਨੇ ਤਾਕਤ ਦਿੱਤੀ, ਅੱਗ 'ਚ ਵੀ ਜਿਹੜਾ ਬੈਠਾ ਵਾ, ਹਵਾ 'ਚ ਵੀ ਜਿਹੜਾ ਬੈਠਾ ਵਾ, ਧਰਤੀ 'ਚ ਵੀ ਜਿਹੜਾ ਬੈਠਾ ਹੈ। ਨਹੀਂ ਤੇ ਫਿਰ ਸ਼ੰਕਾ ਹੋ ਸਕਦੀ ਨਾ ਵੀ ਸਾਰਾ ਕੁਝ ਅੱਗ 'ਚੋਂ ਨਿਕਲਿਆ, ਇਹ ਟੈਂਕ ਕਿੱਥੋਂ ਡਿੱਗ ਪਿਆ? ਟੈਂਕ ਕਿਉਂ ਨਹੀਂ ਹੋਣਾ ਮਨ 'ਚੋਂ ਨਿਕਲਦਾ? ਅਸੀਂ ਸਾਰਾ ਕੁਝ ਅੱਗ 'ਚੋਂ ਕੱਢੀ ਜਾਂਦੇ, ਪਰਮਾਣੂ ਕਿੱਥੋਂ ਨਿਕਲ ਆਏ? ਅਗਲਿਆਂ ਪਰਮਾਣੂ ਬਣਾ ਕੇ ਸਾਰੀ ਦੁਨੀਆ ਥੱਲੇ ਲਾ ਛੱਡੀ ਹੈ। ਇਹ ਕਿਉਂ ਨਹੀਂ ਨਿਕਲੇ? ਆ AK-47 ਇਹ ਕਿਉਂ ਨਹੀਂ ਅੱਗ 'ਚੋਂ ਨਿਕਲਦੀਆਂ ਪਈਆਂ? ਇਹਦਾ ਮਤਲਬ ਕੀ? ਇਹਦਾ ਮਤਲਬ ਕੀ ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ, ਵਾਹਿਗੁਰੂ ਸਾਰੀ ਕਿਰਪਾ ਕਰਨ ਵਾਲਾ। ਜੇ ਦਿਮਾਗ ਦਿੱਤਾ ਤਾਂ ਵੀ ਉਹਦਾ ਹੈ, ਜੇ ਬੁੱਧੀ ਦਿੱਤੀ ਤੇ ਤਾਂ ਵੀ ਉਹਦੀ ਹੈ, ਜੇ ਸਿਆਣਪ ਦਿੱਤੀ ਤਾਂ ਵੀ ਉਹਦੀ, ਮਾਇਆ ਦਿੱਤੀ ਤਾਂ ਵੀ ਉਹਦੀ। ਇਹਦਾ ਮਤਲਬ ਇਹ ਹੁੰਦਾ ਹੈ, ਇਹ ਗੁਰਮਤ ਦਾ ਮਾਰਗ ਹੈ ਕਿ ਸਾਰੀ ਕਿਰਪਾ ਵਾਹਿਗੁਰੂ ਕਰਨ ਵਾਲਾ ਹੈ। ਰੱਖਿਆ ਕਰਨ ਵਾਲਾ ਵੀ ਉਹ ਹੈ, ਬਚਾਉਣ ਵਾਲਾ ਵੀ ਉਹ ਹੈ। ਤਾਂ ਕਲਗੀਧਰ ਜੀ ਕੀ ਕਹਿੰਦੇ ਨੇ? ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ। ਰਾਖਤ ਆਪਨੋ ਕਰਦੈ ਕਰ ਪਾਪ ਸੂ ਨਾ ਭੇਟਨ ਪਾਵੇ, ਔਰ ਕੀ ਬਾਤ ਕਹਾਂ ਕਹਿ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਮਾਂ ਦੇ ਗਰਭ ਦੇ ਵਿੱਚ ਕਿੰਨੇ ਤੇਰੀ ਰੱਖਿਆ ਕੀਤੀ ਆ? ਉਹ ਰੱਖਿਆ ਕਰਨ ਵਾਲਾ ਪਰਮੇਸ਼ਰ ਕੀ ਆ? ਸੰਜੋਗ ਹੈ, ਵਾਹਿਗੁਰੂ ਸੰਜੋਗ ਹੈ ਜਿਹੜਾ ਰੱਖਿਆ ਕਰਦਾ ਹੈ। ਤਾਂ ਉਹਨੂੰ ਤਰਾਣ ਕਹਿੰਦੇ ਨੇ, ਜਾਂ ਤਰਾਣ ਕਹਿੰਦੇ ਬਲ ਨੂੰ। ਜਿਹੜਾ ਬਲ ਦੇਣ ਵਾਲਾ, ਤਾਕਤ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਨ ਵਾਲਾ ਹੈ ਸਾਡੇ ਉੱਪਰ। ਸਰਬੰ ਭੁਗਤਾ, ਔਰ ਸਾਰੇ ਹਿਰਦਿਆਂ ਵਿੱਚ ਬੈਠਾ, ਸਰੀਰਾਂ ਵਿੱਚ ਬੈਠਾ ਜਿਹੜਾ ਭੋਗੀ ਹੈ, ਭੋਗ ਰਿਹਾ ਹੈ। ਸਾਰੇ ਭੋਗਾਂ ਨੂੰ ਉਹੀ ਭੋਗਦਾ ਪਿਆ। ਉਹਦੀ ਜੋਤ ਜਦੋਂ ਵਿੱਚੋਂ ਨਿਕਲ ਜਾਂਦੀ ਹੈ, ਅੱਖਾਂ ਵੀ ਇੱਥੇ ਨੇ, ਹੱਥ ਵੀ ਇੱਥੇ ਆ, ਪੈਰ ਵੀ ਇੱਥੇ ਆ, ਸਾਰਾ ਸਰੀਰ ਇੱਥੇ ਪਿਆ ਰਹਿੰਦਾ, ਨਾ ਬੋਲਦਾ, ਨਾ ਚੱਲਦਾ, ਨਾ ਸੁਣਦਾ, ਨਾ ਖਾਂਦਾ, ਨਾ ਪੀਂਦਾ। ਤਾਂ ਸਾਰਿਆਂ 'ਚ ਉਹਦੀ ਜੋਤ ਬੈਠੀ ਹੀ ਭੋਗ ਰਹੀ ਹੈ। ਸਰਬੰ ਜੁਗਤਾ, ਔਰ ਜਿਹੜਾ ਵਾਹਿਗੁਰੂ ਪਰਮੇਸ਼ਰ ਹਰ ਇੱਕ ਦੇ ਨਾਲ ਜੁੜਿਆ ਹੋਇਆ ਹੈ, ਹਰ ਥਾਂ ਤੇ ਬੈਠਾ ਹੋਇਆ ਹੈ, ਐਸਾ ਵਾਹਿਗੁਰੂ ਪਰਮੇਸ਼ਰ ਸਰਬੰ ਦੇਵੰ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰਿਆਂ ਤੇ ਕਿਰਪਾ ਕਰਨ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਸਭ ਤੇ ਬਖਸ਼ਿਸ਼ ਕਰਨ ਵਾਲਾ, ਦਾਤਾਂ ਦੇਣ ਵਾਲਾ। ਸਰਬੰ ਭੇਵੰ, ਔਰ ਸਰਬੰਗ ਭੇਵੰਗ, ਸਾਰੇ ਜੀਵਾਂ ਅੰਦਰ ਬੈਠਾ ਹੋਇਆ ਉਹ ਵਾਹਿਗੁਰੂ ਪਰਮੇਸ਼ਰ ਭੇਵੰਗ, ਭੇਤ ਜਾਣਨ ਵਾਲਾ। ਹਰ ਅੰਦਰ ਬਾਹਰ ਇੱਕ ਤੂੰ, ਸਾਰਿਆਂ ਦੇ ਦਿਲਾਂ ਦੇ ਭੇਤ ਵੀ ਉਹ ਜਾਣਨ ਵਾਲਾ ਹੈ, ਜਾਂ ਭੇਦ ਰੱਖਣ ਵਾਲਾ। ਕਿਉਂ ਭੇਦ ਰੱਖਣ ਵਾਲਾ? ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਭੇਦ ਤੋਂ ਬਿਨਾ ਫਰਕ ਨਹੀਂ ਪਤਾ ਲੱਗਦਾ। ਤਾਂ ਜਿੰਨੇ ਇਹ ਸੰਸਾਰ ਰੂਪੀ ਫੁਲਵਾੜੀ ਸੋਹਣੀ ਲੱਗਦੀ ਹੈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇਹ ਭੇਤ ਉਹਨੇ ਫਰਕ ਰੱਖਣ ਵਾਸਤੇ ਰੱਖੇ ਹੋਏ। ਤਾਂ ਸਾਰਿਆਂ 'ਚ ਭੇਤ ਜੀਵਾਂ ਦੀ ਪਛਾਣ ਵਾਸਤੇ ਜਿੰਨੇ ਸਾਰਿਆਂ 'ਚ ਗੁਫਤਾਰ ਦਾ ਭੇਤ ਰੱਖਿਆ ਹੋਇਆ, ਰਫਤਾਰ ਦਾ ਭੇਤ ਰੱਖਿਆ ਹੋਇਆ। ਤਾਂ ਐਸੇ ਭੇਤ ਨੂੰ ਰੱਖਣ ਵਾਲਾ ਐਸਾ ਵਾਹਿਗੁਰੂ ਪਰਮੇਸ਼ਰ ਜੀ। ਸਰਬੰ ਕਾਲੇ, ਤੇ ਜਿਹੜਾ ਸਾਰੇ ਕਾਲਾਂ 'ਚ ਸਮੇਂ ਵਿੱਚ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਵੇਗਾ।
ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਬੰਦਾ ਹੀ ਆ ਜਿਹਦੀ ਡੇਟ ਲਿਖੀ ਜਾਂਦੀ ਵੀ ਫਲਾਨੀ ਨੂੰ ਪੈਦਾ ਹੋਇਆ, ਤੇ ਅਖੀਰ ਜਦੋਂ ਭੋਗ ਪੈਂਦਾ ਫੋਟੋ ਦੇ ਉੱਤੇ ਲਿਖ ਕੇ ਐਕਸ ਪਾਇਆ ਹੁੰਦਾ ਨਾ, ਐਕਸ ਮੈਨ ਐਕਸਪਾਇਰ, ਇੰਨੀ ਤਰੀਕ ਨੂੰ ਮਰ ਗਿਆ। ਇਹ ਬੰਦਾ ਹੀ ਆ, ਉਹਦਾ ਨਾ ਜਨਮ ਦਾ ਸਮਾਂ ਤੇ ਨਾ ਮਰਨ ਦਾ ਸਮਾਂ। 3 ਕਾਲ ਮੰਨੇ ਨੇ, ਤਿੰਨਾਂ ਕਾਲਾਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਹੈ। ਉਹ ਸਾਰੇ ਸਮਿਆਂ ਵਿੱਚ ਵਿਆਪਕ ਰਹਿੰਦਾ ਹੈ, ਸਮੇਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ। ਆਪਾਂ ਪੜ੍ਹਦੇ ਵੀ ਹਾਂ ਮੂਲ ਮੰਤਰ ਦੇ ਵਿੱਚ, ਅਕਾਲ ਮੂਰਤ, ਜਿਹਦੇ ਉੱਤੇ ਸਮੇਂ ਦਾ, ਉਹ ਹਸਤੀ ਜਿਹਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਪੈਂਦਾ ਹੈ। ਇੱਦਾਂ ਜਿਹੜਾ ਸਾਰੇ ਹੀ ਕਾਲਾਂ ਦੇ ਵਿੱਚ ਬੈਠਾ ਹੋਇਆ ਹੈ, ਸਰਬੰ ਪਾਲੇ, ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਇੱਕ ਬੜੀ ਸੁੰਦਰ ਘਟਨਾ ਹੈ, ਦਮਦਮੀ ਟਕਸਾਲ ਦੇ ਵਿੱਚ ਬੜੇ ਵਿਦਿਆਰਥੀ ਪੜ੍ਹਦੇ, ਕੱਲੇ ਪੰਜਾਬ ਤੋਂ ਨਹੀਂ, ਬਿਹਾਰ ਤੋਂ, ਹੋਰ ਰਾਜਾਂ ਤੋਂ, ਟਾਟਾ ਤੋਂ, ਪੰਜਾਬ ਤੋਂ ਬਾਹਰ ਜਿੰਨੇ ਸੂਬੇ ਨੇ, ਉੱਥੇ ਵੀ ਜਿੱਥੇ ਜਿੱਥੇ ਸਿੱਖੀ ਦਾ ਪ੍ਰਚਾਰ ਹੈ, ਉੱਥੋਂ ਆਣ ਕੇ ਪੜ੍ਹਦੇ। ਤੇ ਸਿੱਖਾਂ ਨੂੰ ਇਸ ਪ੍ਰਚਾਰ ਵੱਲ ਬੜਾ ਧਿਆਨ ਦੇਣਾ ਚਾਹੀਦਾ ਹੈ ਤੇ ਜ਼ਰੂਰੀ ਵੀ। ਤੁਸੀਂ ਦੇਖੋ ਨਾ, ਇੱਕ ਗੱਲ ਦਾ ਰੋਸ ਸਿੱਖਾਂ ਨੂੰ, ਸਿੱਖਾਂ ਦੀਆਂ ਧਾਰਮਿਕ ਸੰਸਥਾ ਤੇ ਬਣਿਆ ਰਹੇਗਾ। ਈਸਾਈ ਆਏ ਹਿੰਦੁਸਤਾਨ 'ਚ, ਚਲੇ ਗਏ, ਪਰ ਈਸਾਈ ਛੱਡ ਗਏ, ਆਪਦਾ ਧਰਮ ਬਣਾ ਗਏ ਕਿ ਨਹੀਂ। ਮੁਸਲਮਾਨ ਆਏ, 1000 ਸਾਲ ਤੱਕ ਤਕਰੀਬਨ ਕਬਜ਼ਾ ਰੱਖਿਆ, ਕਬਜ਼ਾ ਛੁੱਟ ਗਿਆ, ਪਰ ਮੁਸਲਮਾਨ ਕੌਮ ਅੱਜ ਕਿੰਨੀ ਗਿਣਤੀ 'ਚ ਹਿੰਦੁਸਤਾਨ 'ਚ ਬੈਠੀ ਹੈ। ਭਾਵੇਂ ਕਿ ਇੱਕ ਪਾਕਿਸਤਾਨ ਅੱਡ ਬਣ ਗਿਆ, ਅਜੇ ਵੀ ਉਹਨਾਂ ਦਾ ਆਪਣਾ ਧਰਮ ਹੈ। ਬੰਦੇ ਮਾੜੇ ਹੋ ਸਕਦੇ, ਧਰਮ ਮਾੜਾ ਨਹੀਂ ਹੁੰਦਾ। ਬੰਦੇ ਮਾੜੇ ਚੰਗੇ ਹਰੇਕ ਧਰਮ 'ਚ ਹੁੰਦੇ। ਇਸੇ ਤਰ੍ਹਾਂ ਈਸਾਈ ਆਏ ਹਿੰਦੁਸਤਾਨ 'ਚ, ਚਲੇ ਗਏ, ਈਸਾਈ ਛੱਡ ਗਏ। ਮੁਸਲਮਾਨ ਆਏ, ਕਬਜ਼ਾ ਕੀਤਾ, ਮੁਸਲਮਾਨ ਛੱਡ ਕੇ ਚਲੇ ਗਏ। ਇੱਕ ਸਿੱਖ ਇੱਦਾਂ ਦੇ ਆ, ਪੰਜਾਬ 'ਚ ਹੀ ਜੰਮੇ, ਪੰਜਾਬ 'ਚ ਹੀ ਬਣੇ, ਤੇ ਪੰਜਾਬ ਛੱਡ ਕੇ ਅੱਜ ਜਾ ਰਹੇ ਨੇ। ਤੇ ਇੱਥੇ ਸਿੱਖ ਕਿਹੜੇ ਛੱਡੇ ਨੇ ਇਹਨਾਂ ਨੇ? ਬਹੁਤੇ ਸਿੱਖ ਤੇ ਵਿਦੇਸ਼ਾਂ ਵਿੱਚ ਜਾ ਰਹੇ ਨੇ। ਤੇ ਜਿਹੋ ਜਿਹੇ ਹਾਲਾਤ ਨੇ, ਜਿਹੋ ਜਿਹੀ ਸਰਕਾਰ ਦੀਆਂ ਪਾਲਿਸੀਆਂ ਨੇ, ਇਹ ਕਰਨਗੇ ਵੀ ਕੀ? ਇੱਕ ਭਰਾ ਇਹਨਾਂ ਦਾ ਵਿਦੇਸ਼ 'ਚ ਬੈਠਾ, ਜਿਸ ਕਰਕੇ ਇਹਨਾਂ ਦਾ ਕੰਮ ਚੱਲਦਾ ਪਿਆ ਹੈ। ਇੱਕ ਗੱਲ ਦਾ ਰੋਸ ਸਿੱਖਾਂ ਉੱਤੇ ਰਹੇਗਾ ਕਿ ਇਹ ਆਪਣਾ ਧਰਮ ਵਧਾਉਣ ਦੇ ਵਿੱਚ ਉਨੇ ਕਾਮਯਾਬ ਨਹੀਂ ਹੋ ਸਕੇ ਜਿੰਨੇ ਦੂਸਰੇ ਧਰਮ ਕਾਮਯਾਬ ਨੇ। ਇਹ ਕੋਈ ਮੰਨੇ ਭਾਵੇਂ ਨਾ ਮੰਨੇ, ਹੋਰ ਵੀ ਬੜੀਆਂ ਦਲੀਲਾਂ ਦੇ ਸਕਦਾ ਹੈ, ਪਰ ਜੇ ਉਹ ਸੱਚ ਹੈ ਉਹ ਸੱਚ ਰਹੇਗਾ। ਇੱਕ ਬਿਹਾਰ ਦੇ ਸਿੰਘ ਨੇ ਉੱਥੇ ਟਕਸਾਲ ਦੇ ਵਿੱਚ ਪੜ੍ਹੇ ਨੇ, ਬੜਾ ਸ਼ੁੱਧ ਪਾਠ ਕਰਦੇ, ਬੜੀ ਗੁਰੂ ਦੀ ਕਿਰਪਾ। ਉਹ ਆਪਣੇ ਪਰਿਵਾਰ ਨੂੰ ਮਿਲਣ ਗਏ। ਹੁਣ ਜਿੱਦਾਂ ਆਪਣਾ ਪੰਜਾਬੀਆਂ ਦਾ ਸੁਭਾਅ ਹੈ, ਇੱਕ ਨਿਆਣਾ, 2 ਨਿਆਣੇ। ਹੁਣ ਉਹ ਜਦੋਂ ਇੱਥੇ ਰਹਿੰਦੇ ਤੇ 2 ਬੱਚੇ ਉਹਨਾਂ ਦੇ, ਉਹ ਜਾ ਕੇ ਉੱਥੇ ਆਪਣੇ ਬਿਹਾਰ 'ਚ ਪਰਿਵਾਰ ਨੂੰ ਕਹਿਣ ਲੱਗੇ, ਉੱਥੇ ਤੁਸੀਂ ਕਹਿੰਦਾ 10 ਨਿਆਣੇ ਜੰਮੀ ਜਾਂਦੇ ਹੋ, 8 ਨਿਆਣੇ ਜੰਮੀ ਜਾਂਦੇ ਹੋ, ਕਿਸੇ ਦੇ ਕੱਪੜਾ ਪਾਉਣ ਨੂੰ ਨਹੀਂ, ਕਿਸੇ ਨੂੰ ਰੋਟੀ ਖਾਣ ਨੂੰ ਨਹੀਂ। ਵੇਖੇ ਨਹੀਂ ਤੁਸੀਂ ਕਿੱਦਾਂ ਨੰਗੇ ਹੀ ਭੱਜੇ ਫਿਰਦੇ ਨਿਆਣੇ। ਹੁਣ ਪਤਾ ਨਹੀਂ ਇਹ ਗੱਲ ਤੁਸੀਂ ਇਹਨੂੰ ਮੰਨੋ ਠੀਕ ਕਿ ਨਾ ਮੰਨੋ, ਪਰ ਮੈਨੂੰ ਚੰਗੀ ਲੱਗੀ ਤਾਂ ਦਾਸ ਬੇਨਤੀ ਕਰਦਾ ਹੈ, ਵਿਚਾਰ ਆਪੋ ਆਪਣੇ, ਸਿਰਫ ਬੇਨਤੀ। ਉਹ ਕੀ ਹੋਇਆ ਜੀ, ਉਹ ਆਪਦੇ ਭਰਾ ਨੂੰ ਪਤਾ ਕੀ ਕਹਿਣ ਲੱਗੇ, ਕਹਿੰਦਾ ਤੁਸੀਂ ਸਰਦਾਰ, ਉਹ ਆਪਣਾ ਜਿਹੜਾ ਇੱਧਰ ਪੜ੍ਹਨ ਆਇਆ, ਇੱਧਰ ਹੀ ਵਿਆਹ ਹੋਇਆ ਸਾਰਾ ਕੁਝ, ਉਹਦੇ 2 ਬੱਚੇ ਤੇ ਉਹਦੇ ਭਰਾਵਾਂ ਦੇ ਕਿਸੇ ਦੇ 5, ਕਿਸੇ ਦੇ 7, ਕਿਸੇ ਦੇ 8, ਜਿੱਦਾਂ ਹੁੰਦੇ ਹੀ ਆ ਬਾਹਰਲੇ ਸੂਬਿਆਂ 'ਚ। ਉਹ ਕਹਿਣ ਲੱਗਾ ਇੱਧਰ ਸਾਡੇ ਵੇਖੋ ਸਿੱਖਾਂ ਦੇ, ਆ ਜ਼ਿਮੀਂਦਾਰਾਂ ਦੇ ਦੇਖੋ, ਇੱਕ ਨਿਆਣੇ ਆ, ਨਜ਼ਾਰੇ ਲੈਂਦੇ, ਸਰਦਾਰੀਆਂ ਕਰਦੇ ਆ, ਐਸ਼ ਕਰਦੇ ਆ। ਤੁਸੀਂ 8 9 ਜੰਮੇ, ਨਾ ਕਿਸੇ ਦੇ ਲੀੜੇ ਪਾਉਣ ਨੂੰ, ਨਾ ਕਿਸੇ ਦਾ ਕੁਝ, ਨਾ ਕਿਸੇ ਦਾ ਕੁਝ। ਉਹਨਾਂ ਜਿਹੜਾ ਜਵਾਬ ਦਿੱਤਾ ਬੜਾ ਸੋਹਣਾ। ਉਹ ਕਹਿੰਦਾ ਫਿਰ ਤੁਸੀਂ ਸਿੱਖ ਰੱਬ ਬਣਦੇ ਹੋਗੇ ਨਾ।
ਉਹ ਕਹਿੰਦਾ ਕਿਉਂ, ਅਸੀਂ ਕਿਉਂ ਰੱਬ ਮੰਨਦੇ? ਕਹਿੰਦਾ ਰਿਜ਼ਕ ਤੇ ਰੱਬ ਦੇ ਹੱਥ ਆ। ਜਦੋਂ ਤੁਸੀਂ ਸੋਚਦੇ ਆ ਵੀ ਮੇਰੇ 2 ਨਿਆਣੇ ਆ, ਜੇ 5 ਕਿੱਲੇ ਪੈਲੀ ਹੋਈ ਤੇ 2.5 ਗਏ, ਤੁਸੀਂ ਇਹ ਸੋਚ ਕੇ ਜੰਮਦੇ ਹੋ, ਇਹਦਾ ਮਤਲਬ ਤੁਸੀਂ ਰੱਬ ਮੰਨਦੇ ਹੋ, ਆਪਦੇ ਆਪ 'ਚ ਰੱਬ ਬਣਦੇ ਆ ਨਾ ਫਿਰ, ਵੀ ਮੇਰੇ ਬੱਚੇ ਕੀ ਖਾਣਗੇ, ਆਉਣ ਵਾਲੇ ਟਾਈਮ ਕੀ ਕਰਨਗੇ। ਹੁਣ ਜੇ ਇਹ ਗੱਲ ਸੋਚੀ ਜਾਵੇ, ਉਹ ਕਹਿੰਦੇ ਰਿਜ਼ਕ ਤੇ ਰੱਬ ਦੇ ਹੱਥ ਆ, ਦੇਣ ਵਾਲਾ ਤੇ ਰੱਬ ਸੀ। ਊਡੈ ਊਡ ਆਵੈ ਸਹਿ ਕੋਸਾ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਿਲਾਵੇ ਕਵਣ ਚੁਗਾਵੇ, ਮਨ ਮਹਿ ਸਿਮਰਨ ਕਰਿਆ। ਰੋਟੀ ਦੇਣ ਵਾਲਾ ਤੇ ਰੱਬ ਸੀ, ਤੇ ਤੁਸੀਂ ਕਦੋਂ ਤੋਂ ਟੈਨਸ਼ਨ ਲੈਣੀ ਸ਼ੁਰੂ ਕਰਦੀ? ਇਹਦਾ ਮਤਲਬ ਤੁਸੀਂ ਇੱਕ ਭੁਲੇਖਾ ਪਾ ਲਈ ਬੈਠੇ ਆ ਵੀ ਤੁਸੀਂ ਰੱਬ ਬਣਦੇ ਆ ਨਾ। ਫਿਰ ਕਹਿੰਦਾ ਅਸੀਂ ਰੱਬ ਨਹੀਂ ਬਣਦੇ, ਰੋਟੀ ਦੇਣਾ ਰੱਬ ਦਾ ਕੰਮ ਹੈ, ਸਾਡਾ ਕੰਮ ਹੈ ਮਿਹਨਤ ਕਰਨਾ। ਇਹ ਗੱਲ ਮੈਨੂੰ ਚੰਗੀ ਲੱਗੀ, ਭਾਵੇਂ ਕਿ ਇਹਦੇ 'ਚ ਕੁਝ ਖਾਮੀਆਂ ਹੋ ਸਕਦੀਆਂ ਨੇ, ਕਿਉਂਕਿ ਗੁਰਮਤ ਦੇ ਵਿੱਚ ਨਾਲ ਨਾਲ ਇਹ ਵੀ ਆਖਿਆ ਗਿਆ ਹੈ ਕਿ ਮਨ ਸਮਝਾਵਨ ਕਾਰਨੇ ਕਛੂਕ ਪੜ੍ਹੀਏ ਗਿਆਨ। ਆਉਣ ਵਾਲੇ ਸਮੇਂ ਦੀ ਵੀ ਵਿਚਾਰ ਕੀਤੀ ਜਾ ਸਕਦੀ, ਪਰ ਜੇ ਇਹ ਨਿਰਪੱਖ ਹੋ ਕੇ ਗੱਲ ਸੋਚੀ ਜਾਵੇ, ਜਦੋਂ ਅਸੀਂ ਸੋਚਦੇ ਹਾਂ ਵੀ ਮੇਰੀ ਔਲਾਦ ਆਉਣ ਵਾਲੇ ਟਾਈਮ ਕੀ ਕਰੂਗੀ, ਅਸੀਂ 7 ਪੀੜ੍ਹੀਆਂ ਦਾ ਪੈਸਾ ਜਮ੍ਹਾਂ ਕਰੀ ਜਾਂਦੇ ਹਾਂ, ਠੱਗੀਆਂ ਮਾਰਦੇ ਹਾਂ, ਧੋਖੇ ਕਰਦੇ ਹਾਂ, ਫਿਰ ਵੀ ਟੈਨਸ਼ਨ 'ਚ ਆ, ਤਾਂ ਇਹਦਾ ਮਤਲਬ ਕਿ ਅਸੀਂ ਰੱਬ ਬਣਦੇ ਹਾਂ ਵੀ ਆਉਣ ਵਾਲਾ ਟੱਬਰ ਸਾਡਾ ਕੀ ਖਾਊਗਾ। ਤੇ ਇਹ ਫਿਕਰ ਕਿਹਦਾ ਵਾ? ਰੱਬ ਦਾ। ਗੁਰਬਾਣੀ ਕੀ ਕਹਿੰਦੀ ਹੈ? ਜੀਵ ਬਾਅਦ 'ਚ ਰੱਬ ਪੈਦਾ ਕਰਦਾ, ਰਿਜ਼ਕ ਉਹਦਾ ਪਹਿਲਾਂ ਪੈਦਾ ਕਰਦਾ ਹੈ। ਮਾਂ ਦੀ ਛਾਤੀ 'ਚ ਦੁੱਧ ਪਹਿਲਾਂ ਉਤਰਦਾ, ਬੱਚੇ ਦਾ ਜਨਮ ਬਾਅਦ ਦੇ ਵਿੱਚ ਹੁੰਦਾ। ਗੁਰਮਤਿ ਅਨੁਸਾਰ ਰਿਜ਼ਕ ਰੱਬ ਨੇ ਪਹਿਲਾਂ ਪੈਦਾ ਕੀਤਾ ਤੇ ਬੰਦਾ ਬਾਅਦ ਦੇ ਵਿੱਚ। ਪਹਿਲੋ ਦੇ ਤੇ ਰਿਜ਼ਕ ਸਵਾਹਾ, ਪਿੱਛੋਂ ਦੇ ਤੇ ਜੰਤੋ ਪਾਹ। ਤਾਂ ਸਭ ਨੂੰ ਪਾਲਣ ਵਾਲਾ। ਮੈਨੂੰ ਇਹ ਗੱਲ ਬੜੀ ਪਸੰਦ ਆਈ। ਦਮਦਮੀ ਟਕਸਾਲ 'ਚੋਂ ਸਿੰਘ ਬੜੀ ਵਿਦਿਆ ਪੜ੍ਹੇ ਨੇ, ਬੜਾ ਸ਼ੁੱਧ ਪਾਠ ਕਰਦੇ, ਬੜੀ ਸੰਗਤ ਉਹਨਾਂ ਤੋਂ ਪ੍ਰੇਮ ਨਾਲ ਪਾਠ ਕਰਾਉਂਦੀ ਹੈ, ਅਰਦਾਸਾਂ ਕਾਮਨਾ ਪੂਰੀਆਂ ਹੁੰਦੀਆਂ ਨੇ। ਉਹਦੇ ਮਨ ਨੂੰ ਗੱਲ ਲੱਗੀ, ਉਹਨੇ ਆਣ ਕੇ ਸਿੰਘਾਂ ਨੂੰ ਦੱਸੀ। ਉਹ ਹੱਸ ਪੈਂਦਾ ਹੈ ਜਦੋਂ ਆਪਾਂ ਫਿਕਰ ਕਰਦੇ ਆ ਨਾ, ਮੇਰੇ ਬੱਚੇ ਕੀ ਕਰਨਗੇ, ਮੇਰਾ ਪਰਿਵਾਰ ਕੀ ਕਰੂਗਾ। ਉਹ ਫਿਰ ਹੱਸ ਪੈਂਦਾ, ਕਹਿੰਦਾ ਰੱਬ ਬਣਦਾ। ਇਹ ਟੈਨਸ਼ਨ ਤੇ ਰੱਬ ਦੀ ਆ, ਤੇਰੀ ਨਹੀਂ। ਤੇਰਾ ਕੰਮ ਕੀ ਆ? ਉਹਦਾ ਸਿਮਰਨ ਕਰਨਾ। ਤੇਰਾ ਕੰਮ ਕੀ ਆ? ਉਹਦੀ ਭਗਤੀ ਕਰਨੀ। ਤਾਂ ਮਹਾਰਾਜ ਕੀ ਕਹਿੰਦੇ? ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ੜੀ ਜੀ। ਲੇਖਾ ਕਤੈ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਦਾਸ ਜਾਨ ਕਰ ਦਾਸ ਪਰ, ਕੀਜੈ ਕਿਰਪਾ ਅਪਾਰ। ਆਪ ਹਾਥ ਦੇ ਰਾਖ ਮੋਹੇ, ਮਨ ਬਚ ਕਰਮ ਵਿਚਾਰ। ਭੁੱਲ ਚੁੱਕ ਦੇ ਖਿਮਾ ਜੀ। ਆਓ ਇੱਥੇ ਹੀ ਕਥਾ ਵਿਚਾਰ ਦੀ ਚਾਚਰੀ ਛੰਦ ਦੀ ਸਮਾਪਤੀ ਕਰੀਏ। ਸਰਬੰ ਕਾਲੇ ਸਰਬੰ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।